हेलो। 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 हाँ जी सर, स्क्रीन शेयर करो। हाँ जी करो जी। ओके। हाँ जी मैडम, हो रही है स्क्रीन शेयर? हाँ जी सर, एक मिनट मैं फाइल लगी हूँ शेयर करन। जी सर, होगी ना? हाँ जी मैडम, होगी। ठीक है सर। सर वीडियो बारे भी दस दो मैनू। वीडियो मैं वीडियो नहीं हुई हैगी ਤੁਹਾਡੀ शेयर। मैं कर दी वीडियो हूँ। नहीं आ रही। ऑन कर लो वीडियो। सर आ रही है हुन? हेलो। हेलो। हाँ जी मैडम। ओके। नो। हेलो सर। हेलो। हाँ जी मैडम। हाँ जी सर, अगर कोई इशू होया ना वॉइस का तो मैनू दस दियो, मैं वीडियो ऑफ कर दूंगी, मैसेज कर दियो। नहीं कोई इशू नहीं मैडम, ਤੁਹਾਡੀ ਤੁਸੀਂ ठीक आंदी ठीक ਤੁਹਾਡੀ है सर। वॉइस हमें। ठीक है, कई बार मैसेजेस आने शुरू हो जाते हैं ना पार्टिसिपेंट्स पे, तब फिर मैसेज कर दियो, फिर मैं वीडियो ऑफ कर दूंगी उस केस। हरप्रीत ਤੁਹਾਨੂੰ ਦੱਸ ਦੇਣਗੇ ਜੇ ਕੋਈ ਇਸ਼ੂ ਹੋਇਆ ਤੇ। ओके, गुड मॉर्निंग सर। ਵੈਰੀ ਗੁੱਡ ਮਾਰਨਿੰਗ ਜੀ। ਆਪਾਂ ਥੋੜੇ ਪਾਰਟਿसिपेंट जुड़ ਲੈਣ ਫਿਰ ਆਪਾਂ ਸ਼ੁਰੂ ਕਰਦੇ ਹਾਂ। हाँ जी ठीक है सर। इसके अकॉर्डिंगली जा ठीक है कर ले। आवाज थोड़ी कम। हरप्रीत जी वेटिंग रूम डिसेबल कर दो। तो हरप्रीत शुड वी स्टार्ट? हरप्रीत जी स्टार्ट करिए।
सर स्टार्ट करिए जी। जी 281 पार्टिसिपेंट हो गए, so it's better we should start, है ना। हाँ जी सर। ਤੁਸੀਂ ਵੀਡੀਓ ਆਫ ਕਰ ਹੀ ਲਓ, ਤੁਹਾਡੀ ਵੀਡੀਓ ਦੇ ਵਿੱਚ ਅੱਜ ਇਸ਼ੂ ਆ ਰਿਹਾ ਥੋੜਾ ਜਿਹਾ। ओके सर, ठीक है। ਸੋ ਵੈਲਕਮ ਐਵਰੀਬਾਡੀ। ਸੋ ਇਸ ਲੈਕਚਰ ਦੇ ਵਿੱਚ ਅੱਜ ਅਸੀਂ ਤੁਹਾਨੂੰ ਪਲੇਸਮੈਂਟ ਪੁਆਇੰਟ ਆਫ ਵਿਊ ਨਾਲ ਆਈਟੀਆਈ ਦੇ ਵਿੱਚ ਖਾਸ ਕਰਕੇ ਨਾਨ ਇੰਜੀਨੀਅਰਿੰਗ ਟ੍ਰੇਡਸ ਦੇ ਵਿੱਚ ਜਿਹੜੇ ਲੜਕੀਆਂ ਖਾਸ ਕਰਕੇ ਜਿਹੜੇ ਕੋਰਸਿਸ ਹੈਗੇ ਆ ਉਹਦੇ ਵਿੱਚ ਜਿਹੜੀ ਉਹਨਾਂ ਦੀ ਪਲੇਸਮੈਂਟ ਇੰਡਸਟਰੀ ਦੇ ਵਿੱਚ ਹੁੰਦੀ ਹੈ, ਸੈਲਫ ਇੰਪਲੋਇਮੈਂਟ ਵੀ ਉਹ ਕਰ ਸਕਦੇ ਆ, ਉਹਦੇ ਬਾਰੇ ਵੀ ਕੁਝ ਦੱਸਾਂਗੇ। ਔਰ ਸਪੈਸੀਫਿਕਲੀ ਇੰਟਰਵਿਊ ਸਕਿੱਲਸ ਦੇ ਬਾਰੇ ਤੁਹਾਨੂੰ ਸਾਡੇ ਜਿਹੜੇ ਪ੍ਰੈਜ਼ੈਂਟਰਸ ਹੈਗੇ ਉਹ ਇਹਦੇ ਵਿੱਚ ਦੱਸਣਗੇ। ਸਾਡੇ ਨਾਲ ਅੱਜ ਦੇ ਲੈਕਚਰ ਦੇ ਵਿੱਚ ਪ੍ਰਗਿਆ ਚੌਹਾਨ ਜੁੜੇ ਹੋਏ ਨੇ, ਜਿਹੜੇ ਕੁਝ ਕੈਂਡੀਡੇਟ ਜਿਹੜੇ ਪਿਛਲੇ ਲੈਕਚਰਸ ਲੈ ਕੇ ਹੁਣ ਸਾਨੂੰ ਜੁਆਇਨ ਕਰ ਰਹੇ, ਉਹਨਾਂ ਨੂੰ ਸੁਣਿਆ। she has 10-year experience with leading multinational company, ਜਿਹਦੇ ਵਿੱਚ ਕਿ ਉਹ ਫਿਲਹਾਲ ਮਤਲਬ ਅੱਜ ਕੱਲ੍ਹ ਐਜੂਕੇਸ਼ਨਲ ਕੰਸਲਟੈਂਟ ਦਾ ਕੰਮ ਕਰਦੇ ਆ, ਬਟ ਸ਼ੀ ਹੈਡ ਬੀਨ ਪ੍ਰੋਫੈਸ਼ਨਲ। ਉਹਦੇ ਵਿੱਚ ਪਹਿਲਾਂ ਉਹਨਾਂ ਨੇ ਐਜ਼ ਅ ਮੈਨੇਜਰ ਕੈਰੀਅਰ ਰਿਹਾ, ਔਰ ਇਸ ਇੰਡਸਟਰੀ ਦੇ ਲਗਭਗ 8.6 ਬਿਲੀਅਨ, ਮੋਰ ਦੈਨ 8 ਬਿਲੀਅਨ ਇਹਦੀ ਟਰਨਓਵਰ ਹੈਗੀ। OTY ਇਨਕਾਰਪੋਰੇਸ਼ਨ ਨਿਊਯਾਰਕ ਦੇ ਵਿੱਚ ਇਹ ਕੰਪਨੀ ਹੈ। ਦਿਸ ਇਜ਼ ਅ ਮਲਟੀਨੈਸ਼ਨਲ ਕੰਪਨੀ। ਸੋ ਵੈਲਕਮ ਪ੍ਰਗਿਆ, ਵੀ ਵੈਲਕਮ ਯੂ। ਸੋ ਇਸ ਤੋਂ ਇਲਾਵਾ ਉਪਾਸਨਾ ਤਰੀ ਮੈਡਮ, ਜਿਨ੍ਹਾਂ ਦੇ ਤੁਸੀਂ ਬੱਚੇ ਸਾਰੇ ਲੈਕਚਰ ਕਾਫੀ ਸੁਣੇ ਆ, ਉਹ ਵੀ ਤੁਹਾਨੂੰ ਇਹਦੇ ਬਾਰੇ ਦੱਸਣਗੇ। ਇਸ ਤੋਂ ਇਲਾਵਾ ਮਿਸਿਸ ਪ੍ਰਵੀਨ ਬਾਲੀ, ਉਹ ਤੁਹਾਨੂੰ ਲੈਕਚਰ ਦੇ ਵਿੱਚ ਇਹਦੇ ਬਾਰੇ ਗਿਆਨ ਦੇਣਗੇ ਕਿ ਇੰਟਰਵਿਊ ਕਿਸ ਤਰ੍ਹਾਂ ਦੇਣੀ ਹੈ, ਹੋਰ ਕਿਹੜੇ ਕਿਹੜੇ ਤਰੀਕੇ ਹੈ ਜਿਹਦੇ ਨਾਲ ਕਿ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਹੋ। ਔਰ ਮੈਡਮ ਮਨਿੰਦਰ ਕੌਰ, ਜਿਨ੍ਹਾਂ ਦੇ ਤੁਸੀਂ ਕਾਫੀ ਲੈਕਚਰ ਅਟੈਂਡ ਕੀਤੇ ਹੈ, ਇਹ ਮੇਨ ਹੋਸਟ ਹੋਣਗੇ ਇਸ ਪ੍ਰੈਜੈਂਟੇਸ਼ਨ ਦੇ, ਜਿਹੜੇ ਕਿ ਤੁਹਾਨੂੰ ਇੰਟਰਵਿਊ ਸਕਿੱਲਸ ਦੇ ਬਾਰੇ ਜਾਣਕਾਰੀ ਦੇਣਗੇ। ਸੋ ਮੈਡਮ ਮਨਿੰਦਰ ਪਲੀਜ਼ ਕੰਟੀਨਿਊ, ਤੁਸੀਂ ਆਪਣੀ ਸਲਾਈਡ ਸ਼ੋ ਦੇ ਵਿੱਚ ਕੰਟੀਨਿਊ ਕਰੋ, ਵਿੱਚ ਅਸੀਂ ਪਾਰਟਿਸਿਪੇਟ ਕਰਾਂਗੇ। ਸੋ ਵੈਲਕਮ ਮਨਿੰਦਰ। ठीक है, थैंक यू सर। First of all, I want to welcome my all participants and our Deputy Director, Mr. Vijender Dhawan ji, and my department, ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਨਿਮੀ ਦਾ ਪਲੇਟਫਾਰਮ ਮਿਲਿਆ। ਤਾਂ ਅਸੀਂ ਅੱਜ ਦਾ ਆਪਣਾ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਇੰਟਰਵਿਊ ਸਕਿੱਲਸ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇਣਾ ਚਾਹਾਂਗੀ ਕਿ ਮੈਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅਗੰਮਪੁਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਐਜ਼ ਅ ਸਵਿੰਗ ਟੈਕਨੋਲੋਜੀ ਇੰਸਟ੍ਰਕਟਰ ਕੰਮ ਕਰ ਰਹੀ ਹਾਂ। ਮੇਰੀ ਸੰਸਥਾ ਵਿੱਚ ਚੱਲਣ ਵਾਲੀਆਂ ਟ੍ਰੇਡਸ ਹਨ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ, ਸਵਿੰਗ ਟੈਕਨੋਲੋਜੀ, SOT ਐਮਬਰਾਇਡਰੀ, ਕੋਪਾ, ਪਲੰਬਰ, ਇਲੈਕਟ੍ਰੀਸ਼ੀਅਨ, ਡੀਜ਼ਲ ਮਕੈਨਿਕ, ਪੇਂਟਰ। ਇਹਨਾਂ ਸਾਰੀਆਂ ਟ੍ਰੇਡਸ ਵਿੱਚ ਤੁਸੀਂ ਦਾਖਲਾ ਲੈਣ ਦੇ ਸੰਬੰਧੀ ਸਾਡੇ ਪ੍ਰਿੰਸੀਪਲ ਮਿਸਟਰ ਓਮ ਪ੍ਰਕਾਸ਼ ਜੀ, ਜਿਨ੍ਹਾਂ ਦਾ ਫੋਨ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ, ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪੰਜਾਬ ਸਰਕਾਰ ਦੁਆਰਾ ਜਿਵੇਂ ਕਰੋਨਾ ਮਹਾਮਾਰੀ ਨਾਲ ਲੜਨ ਦੇ ਲਈ ਇੱਕ ਅਵੇਅਰਨੈਸ ਮੁਹਿੰਮ ਚਲਾਈ ਗਈ ਹੈ, ਜੋ ਕਿ ਮਿਸ਼ਨ ਫਤਿਹ ਦੇ ਨਾਮ ਦੇ ਨਾਲ ਤੁਸੀਂ ਸਾਰੇ ਜਾਣੂ ਹੋ ਇਸ ਦੇ ਬਾਰੇ। ਤਾਂ ਮੈਂ ਥੋੜਾ ਜਿਹਾ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹਾਂਗੀ ਕਿ ਕਰੋਨਾ ਵਾਇਰਸ ਦੇ ਸਿੰਪਟਮਸ ਤੁਸੀਂ ਪਹਿਲਾਂ ਤੋਂ ਹੀ ਭਲੀ ਭਾਂਤ ਜਾਣੂ ਹੋ, ਜਿਹਦੇ ਵਿੱਚ ਕਿ ਹਾਈ ਗ੍ਰੇਡ ਫੀਵਰ ਹੋ ਜਾਂਦਾ ਹੈ, ਪੇਸ਼ੈਂਟ ਨੂੰ ਕਫ ਦੀ ਪ੍ਰੋਬਲਮ ਆਉਂਦੀ ਹੈ, ਸਾਹ ਲੈਣ ਵਿੱਚ ਪ੍ਰੋਬਲਮ ਆਉਂਦੀ ਹੈ, ਜਾਂ ਗਲਾ ਪੱਕ ਜਾਂਦਾ ਹੈ, ਗਲੇ ਵਿੱਚ ਤਕਲੀਫ ਹੁੰਦੀ ਹੈ, ਤੇ ਡਾਈਜੈਸ਼ਨ ਦੇ ਨਾਲ ਰਿਲੇਟਡ ਕੁਝ ਸਿੰਪਟਮਸ ਸਾਹਮਣੇ ਆਉਂਦੇ ਆ, ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਵਿਅਕਤੀ ਨੂੰ ਕਰੋਨਾ ਵਾਇਰਸ ਨੇ ਅਟੈਕ ਕਰ ਲਿਆ ਹੈ। ਇਹਨਾਂ ਸਾਰਿਆਂ ਦੇ ਉੱਤੇ ਕਾਬੂ ਪਾਉਣ ਲਈ, ਇਹਨਾਂ ਸਾਰਿਆਂ ਦੇ ਉੱਤੇ ਫਤਿਹ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਸਾਨੂੰ 20 ਸੈਕਿੰਡ ਲਈ ਕਿਸੇ ਅੱਛੇ ਸਾਬੁਨ ਜਾਂ ਸੈਨੀਟਾਈਜ਼ਰ ਦੇ ਨਾਲ, ਸਾਨੂੰ ਹੈਂਡ ਵਾਸ਼ ਦੇ ਨਾਲ ਹੱਥਾਂ ਨੂੰ ਅੱਛੀ ਤਰ੍ਹਾਂ ਮਲ ਕੇ ਧੋਣਾ ਚਾਹੀਦਾ ਹੈ। ਘੱਟੋ ਘੱਟ 2 ਗਜ਼ ਦੀ ਦੂਰੀ ਸਾਨੂੰ ਰੱਖਣੀ ਚਾਹੀਦੀ ਹੈ ਕਰੋਨਾ ਵਾਇਰਸ ਤੋਂ ਬਚਣ ਵਾਸਤੇ। ਸਭ ਤੋਂ ਇੰਪੋਰਟੈਂਟ ਪਾਰਟ ਹੈ ਸਟੇ ਐਟ ਹੋਮ ਐਂਡ ਸਟੇ ਸੇਫ। ਬੁਖਾਰ ਜਾਂ ਕਫ ਹੋਣ ਤੇ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜ਼ਰੂਰਤ ਪੈਣ ਤੇ ਅਗਰ ਘਰ
घर तो जान की जरूरत पवे तो सानू मास्क तो बिना कदे भी नहीं जाना चाहिए। बुखार होने ते सानू डॉक्टरी इलाज लेना चाहिए। बार बार सानू अपने हत्थां नू सैनिटाइज करते रहना चाहिए। सफर करन दी जे बहुत ज्यादा जरूरत होवे तां सानू सफर करन लई जाना चाहिए, अदरवाइज सानू सफर अवॉइड करना चाहिए। इन्हां सारियां सिम्पटम्स के सामने आने ते सानू 104 नंबर हेल्पलाइन ते कॉल करके सानू सहायता दी उड़ीक कर लेनी चाहिए है और सानू बार बार अपने फेस नू टच नहीं करना चाहिए। सो साडे जिहड़ा विभाग है डायरैक्टर तकनीकी सिक्ख्या वालों मिति 29 जून नू सारे डिपार्टमेंट की ड्यूटी सीगी कि डोर टू डोर जाके सारे लोगों को कोरोना प्रति अवेयर करना है। तो उस कड़ी के तहत साडे प्रिंसीपल मिस्टर ओम प्रकाश जी ने आप जाके उन्होंने घरों घरी जाके लोगों को अवेयर किया अते मास्क की वंड की। इसके बिना ही साडे इंस्ट्रक्टर ITI सिंहपुर दे सरदार सुरजीत सिंह खटड़ा जी ते नाल उन्हां दे होर इंस्ट्रक्टर उन्होंने श्री अनंदपुर साहब जी दे SDM मिस कनू गर्ग नू मास्क भेंट किते और नाल दी नाल उत्थे ऑफिस विच सारियां नू कोरोना वायरस के बारे विच जागरूक किया। इस तो बिना मेरी संस्था के जिन्हें भी इंस्ट्रक्टर है सारियां ने आपो अपने वंडे हुए इलाके विच जाके ड्यूटी निभाई, लोगों को कोरोना वायरस के बारे विच अवेयर किया और इस दे नाल ही लोगों को कोरोना वायरस के नाल संबंधित जिहड़ी पंजाब गवर्नमेंट की ऐप है कोवा पंजाब दी उन्हां दे फोन विच डाउनलोड करवाई ते उन्हां दे फायदे भी दसे गए। ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਆਪਣੇ ਟੌਪਿਕ ਬਾਰੇ ਇੰਟਰਵਿਊ ਸਕਿੱਲਸ। ਇੰਟਰਵਿਊ ਕੀ ਹੁੰਦੀ ਹੈ? ਇੰਟਰਵਿਊ ਦੀ ਜ਼ਰੂਰਤ ਸਾਨੂੰ ਕਿਉਂ ਪੈਂਦੀ ਹੈ? ਸਾਡੀ ਲਾਈਫ ਵਿੱਚ ਇੰਟਰਵਿਊ ਦੀ ਕੀ ਇੰਪੋਰਟੈਂਸ ਹੈ? ਤਾਂ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਵਾਟ ਇਜ਼ ਇੰਟਰਵਿਊ। ਇੰਟਰਵਿਊ ਕੀ ਹੁੰਦੀ ਹੈ? ਫੇਸਿੰਗ ਐਨ ਇੰਟਰਵਿਊ ਇਜ਼ ਅ ਸਾਇੰਸ ਐਜ਼ ਮਚ ਐਜ਼ ਇਟ ਇਜ਼ ਆਰਟ। इंटरव्यू का सामना करना अपने आप विच एक साइंस है, इहदे नाल ही यह एक कला है जिहदे विच जरूरत पैंदी है सानू अपने आप नू प्रिपेयर करन दी, जिहदे नाल कि असी इंटरव्यू रूम विच अपने आप नू एक वधिया योग्यता दे नाल पेश कर सकिए तां जो साडा जिहड़ा इंटरव्यूअर है वो साडे तो इंप्रैस हो सके और तो ओह साडियां एबिलिटीज नू चंगी तरह जान सके। It's also that you be comfortable and confident in discussing. Interview तो साडा इंटरव्यूअर बहुत तरह दी चीज़ां दी एस्टिमेट लगांदा है, उहदे विच सानू कंफर्टेबल होना चाहिए ते सानू कॉन्फिडेंट होना चाहिए इंटरव्यू देण लई, तां ही असीं किसी अच्छी वधिया कंपनी या किसी अदारे विच नौकरी लैण दे काबिल बन सकदे हां। इंटरव्यूअर क्यों लैंदा है? इंटरव्यूअर इंटरव्यू इसलिए लैंदा है कि तुसी ओदे रोल लई उस जगह लई फिट हो या नहीं हो, कि तुसी उसदे काबिल हो या नहीं हो, जिस काम दे इंटरव्यू तुसी देण लई चले हो कि तुसी ओदे कैपेबल हो, इसलिए जिहड़ा इंटरव्यूअर है वो इंटरव्यू लैंदा है। या दूजे शब्दां विच असीं कह सकदे हां इंटरव्यू इज अ स्किल। इंटरव्यू एक ऐसी निपुणता है अपने आप दे विच one in which your ability to interact with the interviewer and to articulate your thoughts are factors that are just as important in getting the job are the qualifications listed on your resume. ਇਹ ਇੱਕ ਤਰ੍ਹਾਂ ਦੀ ਯੋਗਤਾ ਹੈ ਜਿਹਦੇ ਰਾਹੀਂ ਤੁਸੀਂ ਆਪਣੇ ਇੰਟਰਵਿਊਅਰ ਦੇ ਸਾਹਮਣੇ ਰੂਬਰੂ ਹੁੰਦੇ ਹੋ ਔਰ ਆਪਣੇ ਵਿਚਾਰ, ਆਪਣੀ ਸੋਚ, ਆਪਣੀਆਂ ਯੋਗਤਾਵਾਂ ਨੂੰ एक्सप्रैस करके उन्होंने अगे किस तरह पेश करते हो, साडी जॉब लैन विच किहड़ियां चीज़ां महत्ता रखदियां हन, साडियां क्वालिफिकेशन, साडे एक्सपीरियंस जो साडे रिज्यूम विच, साडे CV विच लिखे हुए ने, वो सारियां चीज़ां नूं दसना ही इंटरव्यू कहंदा है। ਹੁਣ ਅਸੀਂ ਗੱਲ ਕਰਦੇ ਹਾਂ ਕਿ ਇੰਟਰਵਿਊ ਦੇਣ ਲਈ ਸਾਡਾ ਜਿਹੜਾ ਇੰਟਰਵਿਊਅਰ ਹੈ ਜਿਸਨੇ ਇੰਟਰਵਿਊ ਲੈਣੀ ਹੈ ਉਹਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਇੰਟਰਵਿਊ ਲਈ ਪ੍ਰਿਪੇਅਰ ਕਰ ਸਕੀਏ। ਸਭ ਤੋਂ ਪਹਿਲਾ ਕੁਐਸਚਨ ਤਾਂ ਹੁੰਦਾ who you are as a person, ਤੁਸੀਂ ਕੌਣ ਹੋ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਪਾਰਟ ਆਉਂਦਾ। ਨੰਬਰ ਸੈਕੰਡ ਇਜ਼
your knowledge, ਸਾਡੇ ਵਿੱਚ ਕਿੰਨਾ ਗਿਆਨ ਹੈ, ਸਾਡੀ knowledge ਕਿੰਨੀ ਹੈ, ਇਹ ਸਾਰੀ ਇੰਟਰਵਿਊਅਰ ਨੇ ਪਰਖਣੀ ਹੁੰਦੀ ਹੈ ਕਿ ਜਿਸ ਬੰਦੇ ਨੂੰ ਮੈਂ ਜੌਬ ਤੇ ਰੱਖਣਾ ਹੈ ਉਹਦੇ ਵਿੱਚ ਕੀ ਕਿੰਨੀ ਕੁ knowledge ਹੈ ਕਿ ਉਹ ਮੇਰਾ ਕੰਮ ਕਰਨ ਦੇ ਕਾਬਿਲ ਹੈ ਜਾਂ ਨਹੀਂ ਹੈ। ਨੰਬਰ 3 is your skills, ਸਾਡੀਆਂ ਨਿਪੁੰਨਤਾਵਾਂ, ਸਾਡੇ ਵਿੱਚ ਕਿਹੜਾ ਸਕਿੱਲ ਹੈ, ਤੁਸੀਂ ਕਿਹੜਾ ਕੰਮ ਕਰ ਸਕਦੇ ਹੋ। ਇੰਟਰਵਿਊਅਰ ਨੇ ਇਹ ਦੇਖਣਾ ਹੁੰਦਾ ਹੈ ਕਿ ਅਗਰ ਮੈਂ ਬੰਦੇ ਨੂੰ ਐਜ਼ ਅ ਕੁਆਲਿਟੀ ਕੰਟਰੋਲਰ ਅਪਾਇੰਟ ਕਰਨਾ ਹੈ ਤਾਂ ਕੀ ਇਸ ਬੰਦੇ ਵਿੱਚ ਕੈਪੇਬਿਲਿਟੀ ਹੈ ਕਿ ਇਹ ਮੇਰੇ ਵਰਕਰਸ ਨੂੰ ਕੰਟਰੋਲ ਕਰ ਸਕੇਗਾ। ਫੋਰਥ ਇਜ਼ ਯੂਅਰ ਐਟੀਟਿਊਡ, ਐਟੀਟਿਊਡ ਬੰਦੇ ਵਿੱਚ ਕਿਸ ਤਰ੍ਹਾਂ ਦਾ ਹੈ, ਕੰਮ ਕਰਨ ਦੇ ਪ੍ਰਤੀ ਐਟੀਟਿਊਡ। ਇਹ ਐਟੀਟਿਊਡ ਕਈ ਤਰ੍ਹਾਂ ਦਾ ਹੋ ਸਕਦਾ ਹੈ, वर्कर्स के प्रति एटीट्यूड, अपने कोलीग्स के प्रति एटीट्यूड, अपने ऑफिसर्स के प्रति एटीट्यूड, ਤਾਂ ਉਹਨੇ ਹਰ ਪਾਸੇ ਤੋਂ ਉਸ ਪਰਸਨ ਨੂੰ ਪਰਖਣਾ ਹੁੰਦਾ ਹੈ ਕਿ ਜਿਸ ਬੰਦੇ ਨੂੰ ਮੈਂ ਜੌਬ ਦੇਣੀ ਹੈ ਉਹਦੇ ਵਿੱਚ ਕਿੰਨੀਆਂ ਕੈਪੇਬਿਲਿਟੀਜ਼ ਹੈ। ਵੈਰੀ ਗੁੱਡ ਜੀ। ਸੋ ਮੈਡਮ ਜਿਵੇਂ ਸੀਗੇ, ਮੈਡਮ ਨੇ ਸ਼ੁਰੂ ਕੀਤਾ ਆਪਣਾ, ਆਪਾਂ ਮਿਸ਼ਨ ਫਤਿਹ ਦੀ ਗੱਲ ਕੀਤੀ। ਮੈਂ ਸਾਰੇ ਬੱਚਿਆਂ ਨੂੰ ਇੱਥੇ ਗੱਲ ਦੱਸਣਾ ਚਾਹਾਂਗਾ, ਜਿਵੇਂ ਅਸੀਂ ਮਿਸ਼ਨ ਫਤਿਹ ਪੰਜਾਬ ਗਵਰਨਮੈਂਟ ਨੇ, ਸੀਐਮ ਸਾਹਿਬ ਨੇ, ਇਹ ਸਾਡੀ ਸਰਕਾਰ ਨੇ ਨਾਮ ਹੀ ਰੱਖਿਆ, ਇਹ ਵੀ ਇੱਕ ਤਰ੍ਹਾਂ ਇਹ ਇੰਟਰਵਿਊ ਸਕਿੱਲ ਦੇ ਨਾਲ ਜੁੜੀ ਹੋਈ ਇੱਕ ਚੀਜ਼ ਹੈ ਕਿ ਫਤਿਹ ਵੀ ਇੱਕ ਐਟੀਟਿਊਡ ਰੱਖਣਾ ਆਪਣਾ, ਫਤਿਹ ਦਾ ਐਟੀਟਿਊਡ। ਇਸ ਵੇਲੇ ਅਸੀਂ ਬੜੇ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੇ ਹਾਂ, ਪੂਰਾ ਦੇਸ਼, ਪੂਰੀ ਦੁਨੀਆ ਇੱਕ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹੈ, ਬਟ ਇੱਕ ਪੋਜ਼ਿਟਿਵਿਟੀ ਰੱਖਣਾ, ਇੱਕ ਫਤਿਹ ਵਾਲਾ ਐਟੀਟਿਊਡ ਰੱਖਣਾ, ਔਰ ਜਿਹਦੇ ਵਿੱਚ ਸਾਡਾ ਡਿਪਾਰਟਮੈਂਟ ਬਹੁਤ ਕੰਮ ਕਰ ਰਿਹਾ। ਔਰ ਇਹ ਇੱਕ ਐਟੀਟਿਊਡ ਇੰਟਰਵਿਊਅਰ ਤੁਹਾਡੇ ਤੋਂ ਭਾਲਦਾ, ਬੱਚਿਆਂ ਤੋਂ ਉਮੀਦ ਕਰਦਾ। ਸੋ ਹੋਰ ਇੰਟਰਵਿਊਅਰ ਨੂੰ ਜੋ EMPLOYER ਹੈ ਉਹ ਕੀ ਐਕਸਪੈਕਟ ਕਰਦਾ ਹੈ, ਇਹਦੇ ਬਾਰੇ ਮੈਂ ਚਾਹਾਂਗਾ ਪ੍ਰਗਿਆ ਜੀ, ਜਿਹੜੇ ਕਿ ਲੀਡਿੰਗ ਇੰਡਸਟਰੀਲਿਸਟ ਹੈਗੇ, ਫੈਸ਼ਨ ਇੰਡਸਟਰੀ 'ਚ ਹੈਗੇ, ਲੜਕੀਆਂ ਦੇ ਪ੍ਰੋਫੈਸ਼ਨ ਦੇ ਨਾਲ ਰਿਲੇਟਿਡ ਇੰਡਸਟਰੀ ਦੇ ਵਿੱਚ ਹੀ ਹੈਗੇ ਆ। ਸੋ ਪ੍ਰਗਿਆ ਜੀ, ਕਾਈਂਡਲੀ ਤੁਸੀਂ ਇਹਦੇ ਵਿੱਚ ਦੱਸੋ ਕਿ what does an interviewer look for, ਇੱਕ EMPLOYER ਦੀ ਕੀ ਉਮੀਦ ਹੁੰਦੀ ਹੈ, ਵਰਕਰ ਤੋਂ, ਇੱਕ EMPLOYEE ਤੋਂ ਕੀ ਉਮੀਦ ਹੁੰਦੀ ਹੈ ਜਦੋਂ ਤੁਸੀਂ ਇੱਕ ਬੱਚਾ ਸਿਲੈਕਟ ਕਰਦੇ ਹੋ ਜੌਬ ਦੇ ਲਈ, ਤੁਸੀਂ ਕੀ ਦੇਖਦੇ ਹੋ? ਕਾਈਂਡਲੀ ਪ੍ਰਗਿਆ ਜੀ। ਹਾਂਜੀ ਸਰ, ਥੈਂਕ ਯੂ ਸਰ। ਸੋ ਸਭ ਤੋਂ ਪਹਿਲੇ ਸਰ ਦੇਖਿਆ ਜਾਂਦਾ ਹੈ ਕਿ ਹਾਂ ਡੈਫੀਨੇਟਲੀ ਜਿਸ ਤਰ੍ਹਾਂ ਹੀ ਐਂਟਰ ਕਰਦਾ ਹੈ ਕੋਈ ਕੈਂਡੀਡੇਟ, ਉਹਦਾ ਪੋਸਚਰ ਦੇਖਿਆ ਜਾਂਦਾ ਹੈ, ਉਹਦੀ ਪ੍ਰੈਜੈਂਟੇਸ਼ਨ ਦੇਖੀ ਜਾਂਦੀ ਹੈ, ਉਹਦਾ ਅਟਾਇਰ ਦੇਖਿਆ ਜਾਂਦਾ ਹੈ। ਸੋ ਹਰ ਚੀਜ਼ ਮੈਟਰ ਕਰਦੀ ਹੈ। ਸੋ ਬਾਕੀ ਚੀਜ਼ਾਂ ਫੇਸ ਟੂ ਫੇਸ ਅਸੀਂ ਬਾਅਦ ਦੇ ਵਿੱਚ ਜਿਹੜਾ ਹੈ ਉਹ ਅਸੀਂ ਜਦੋਂ ਗੱਲਬਾਤ ਕਰਨਾ ਸ਼ੁਰੂ ਕਰਨੇ ਆ, ਉਸ ਲਈ ਸਾਨੂੰ ਪਤਾ ਲੱਗਦਾ ਹੈ ਕਿ ਉਹ ਪਰਸਨ ਕਿਸ ਤਰ੍ਹਾਂ ਦਾ ਹੈ ਜਾਂ ਉਹਨੂੰ ਕਿੰਨੀ ਕੁ ਨੌਲੇਜ ਹੈ। ਡੈਫੀਨੇਟਲੀ ਜਿਹੜੀ ਪਹਿਲੀ ਚੀਜ਼ ਉਹ ਇਹੀ ਦੇਖੀ ਜਾਂਦੀ ਹੈ ਕਿ ਹਾਂ ਉਹਦੀ ਲੁੱਕ ਕਿਸ ਤਰ੍ਹਾਂ ਦੀ ਹੈ, ਉਹ ਸਟੈਂਡ ਕਿਸ ਤਰ੍ਹਾਂ ਕਰਦਾ, ਉਹਦਾ ਪੋਸਚਰ ਕਿਸ ਤਰ੍ਹਾਂ ਦਾ ਹੈ, ਉਹ ਕਿੰਨਾ ਕਨਫੀਡੈਂਟ ਹੈ, ਅੱਖਾਂ 'ਚ ਅੱਖਾਂ ਪਾ ਕੇ ਜਿਸ ਤਰ੍ਹਾਂ ਗੱਲ ਕਰ ਸਕਦਾ ਹੈ, ਨਹੀਂ ਕਰ ਸਕਦਾ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਔਰ ਅਗਰ ਪ੍ਰੈਜ਼ੈਂਟ ਕਰਦਾ ਵੀ ਹੈ ਕਿ ਉਹਦੇ ਕੋਲ ਉਨੀ ਟੈਕਨੀਕਲ ਐਬਿਲਿਟੀ ਹੈ ਕਿ ਉਹਨਾਂ ਸਪੋਰਟਿੰਗਸ ਦੇ ਨਾਲ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕੇ। ਸੋ ਇਹ ਕੁਝ ਚੀਜ਼ਾਂ ਜਿਹੜੀਆਂ ਅਸੀਂ ਮਾਈਂਡ 'ਚ ਰੱਖ ਕੇ ਫਿਰ ਅੱਗੇ ਫਰਦਰ ਜਿਹੜੀ ਇੰਟਰਵਿਊ ਉਹ ਕੰਟੀਨਿਊ ਕਰਦੇ ਹਾਂ। ਹਾਂਜੀ ਜੀ। ਸੋ ਇਹੀ ਤੁਹਾਨੂੰ ਸਲਾਈਡ ਦੇ ਵਿੱਚ ਮੈਡਮ ਨੇ ਦੱਸਿਆ ਕਿ who you are as a person, your knowledge, your skills, your attitude, your ability to interact with people, your capacity to take work pressure, ਕਿ ਤੁਹਾਡਾ ਜੋ ਐਪਟੀਟਿਊਡ ਐਂਡ ਐਟੀਟਿਊਡ ਹੈ ਉਹ ਜੱਜ ਕਰਨਾ EMPLOYER ਕਿ ਤੁਸੀਂ ਐਜ਼ ਅ ਪਰਸਨ ਕੀ ਚੀਜ਼ ਹੋ, ਤੁਹਾਡੀ ਨੌਲੇਜ ਕਿੰਨੀ ਹੈ। ਸੋ ਸੱਚਾਈ ਨੂੰ ਅਸੀਂ ਗੱਲਬਾਤ ਬੱਚੇ ਲੈਕਚਰ ਦੇ ਵਿੱਚ ਵੀ ਤੁਹਾਡੇ ਬੱਚੇ ਹੈ ਕਿ ਸੱਚਾਈ ਨੂੰ ਕਦੀ ਲੁਕਾਇਆ ਨਹੀਂ ਜਾ ਸਕਦਾ। ਸੋ ਸੱਚਾਈ ਹੀ ਬਿਆਨ ਕਰਨੀ ਚਾਹੀਦੀ ਹੈ ਇੰਟਰਵਿਊ ਦੇ ਵਿੱਚ ਜਾ ਕੇ, ਜੋ ਤੁਹਾਡੀ ਕੈਪੇਬਿਲਿਟੀ ਹੈ। ਕਈ ਵਾਰੀ ਇੰਟਰਵਿਊ ਦੇ ਵਿੱਚ ਤੁਹਾਨੂੰ EMPLOYER ਇਹ ਪੁੱਛਦਾ ਹੈ ਕਿ ਤੁਸੀਂ ਹੀ ਦੱਸੋ ਕਿ ਤੁਸੀਂ ਕਿਹੜੇ ਸਬਜੈਕਟ ਦੇ ਵਿੱਚ ਮਾਸਟਰ ਹੋ, ਤੁਸੀਂ ਉਹਦੇ ਬਾਰੇ ਦੱਸੋ। ਸੋ ਖੁੱਲ ਕੇ ਆਪਣੇ ਉਸ EMPLOYER ਨੂੰ ਤੁਸੀਂ ਦੱਸੋ ਕਿ ਮੈਂ ਜਿਹੜਾ ਹੈ ਜੀ, ਮੈਂ ਅਪ੍ਰੈਲ ਦੇ ਵਿੱਚ ਮੈਂ ਜਿਹੜਾ ਫੀਮੇਲ ਜਿਹੜੇ ਅਟਾਇਰ ਹੈਗੇ ਉਹਦੇ ਵਿੱਚ ਮਾਸਟਰੀ ਹੈ, ਜਾਂ ਮੇਲ ਅਟਾਇਰ ਬਣਾਉਣ ਦੇ ਵਿੱਚ ਮਾਸਟਰੀ ਹੈ। ਸੋ ਉਹਦੇ ਬਾਰੇ ਤੁਸੀਂ ਖੁੱਲ ਕੇ ਪੂਰੀ ਨੌਲੇਜ ਆਪਣੀ ਸ਼ੇਅਰ ਕਰ ਸਕਦੇ ਹੋ। ਸੋ ਬੈਕ ਟੂ ਮੈਡਮ ਮਨਿੰਦਰ, ਕਾਈਂਡਲੀ ਤੁਸੀਂ ਦੱਸੋ ਆਪਣੀ ਸਲਾਈਡ ਦੇ ਬਾਰੇ। Yes sir, thank you sir. Your ability to interact with people and your capacity to take work pressure, interviewer ਨੇ ਇਹ ਮੋਸਟ ਇੰਪੋਰਟੈਂਟ ਚੀਜ਼ ਦੇਖਣੀ ਹੁੰਦੀ ਹੈ ਕਿ ਤੁਸੀਂ ਉਹਦੇ ਕੰਮ ਦਾ ਪ੍ਰੈਸ਼ਰ ਕਿੰਨਾ ਕੁ ਤੁਸੀਂ ਆਪਣੇ ਤੇ ਬੀਅਰ ਕਰ ਸਕਦੇ ਹੋ, ਕਿੰਨਾ ਕੁ ਤੁਸੀਂ ਉਹਦਾ ਭਾਰ ਚੱਕ ਸਕਦੇ ਹੋ ਉਹਦੇ ਕੰਮ ਦਾ। ਇਹ ਕਈ ਵਾਰ ਇੰਟਰਵਿਊ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਂਦੇ ਆ ਕਿ ਤੁਹਾਨੂੰ ਬਾਰ-ਬਾਰ ਕੰਫਿਊਜ਼ ਕੀਤਾ ਜਾਂਦਾ ਹੈ, ਜਿਹਦੇ ਨਾਲ ਕਿ ਉਹਨਾਂ ਨੇ ਤੁਹਾਡੀ
टॉलरेंस पावर भी देखनी होंगी, चेक करनी होंगी है। इंटरव्यूअर ने कई एस्पेक्ट्स तो अपने जड़ा जॉब वास्ते आया कैंडीडेट उसनों चेक करना होंगे कि दिस इज इलिजिबल और नॉट। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੌਬ ਵਾਸਤੇ ਜਦੋਂ ਅਸੀਂ ਜਾਣਾ ਹੈ ਸਾਡੇ ਕੋਲ ਸਭ ਤੋਂ ਪਹਿਲਾਂ ਕੀ ਚੀਜ਼ ਸਾਡੇ ਕੋਲ ਹੋਣੀ ਚਾਹੀਦੀ ਹੈ। ਬਹੁਤਿਆਂ ਸਟੂਡੈਂਟਸ ਨੇ ਸ਼ਾਇਦ ਸਾਡੇ ਵਿੱਚੋਂ ਇਹ ਨਾਮ ਸੁਣਿਆ ਹੋਏਗਾ ਕਿਊਰੀਕੁਲਮ ਵਿਟੇ। ਇਸਨੂੰ ਸ਼ਾਰਟ ਫਾਰਮ ਵਿੱਚ ਕਹਿ ਦਿੰਦੇ ਨੇ CV। ਇਹ ਕੀ ਹੁੰਦਾ ਹੈ ਆਓ ਅਸੀਂ ਜਾਣਦੇ ਹਾਂ ਇਹਦੇ ਬਾਰੇ। CV is a short word for the Latin phrase curriculum vitae which means course of life। CV ਹੈ ਜਿਹੜਾ ਇਹ ਸਾਡੇ ਕੋਲ ਇੱਕ ਲੈਟਿਨ ਭਾਸ਼ਾ ਦਾ ਇੱਕ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਹੈ course of life। is a detailed document highlighting your professional and academic history। ਇਹ ਇੱਕ ਡਿਟੇਲ ਵਿੱਚ ਡਾਕੂਮੈਂਟ ਹੁੰਦਾ ਹੈ ਪੇਪਰ ਤੇ ਬਣਿਆ ਹੋਇਆ ਜਿਸ ਵਿੱਚ ਕਿ ਤੁਸੀਂ ਆਪਣੀ ਪ੍ਰੋਫੈਸ਼ਨਲ ਤੇ ਅਕੈਡਮਿਕ ਹਿਸਟਰੀ ਨੂੰ ਹਾਈਲਾਈਟ ਕਰਦੇ ਹੋ ਭਾਵ ਕਿ ਤੁਸੀਂ ਆਪਣਾ ਸਾਰਾ ਡਾਟਾ ਉਹਦੇ ਵਿੱਚ ਲਿਖਦੇ ਹੋ। ਤੁਹਾਡੀਆਂ ਕੁਆਲੀਫਿਕੇਸ਼ਨਸ ਚਾਹੇ ਉਹ ਸਕੂਲ ਦੀ ਹੋਵੇ ਕਾਲਜ ਹੋਵੇ ਜਾਂ ਟੈਕਨੀਕਲ ਐਜੂਕੇਸ਼ਨਸ ਹੋਣ ਜਾਂ ਫਿਰ ਤੁਹਾਡੇ ਕੋਲ ਪ੍ਰੋਫੈਸ਼ਨਲੀ ਐਜੂਕੇਸ਼ਨ ਹੋਵੇ ਜਾਂ ਤੁਹਾਡਾ ਕੋਈ ਵੀ ਐਕਸਪੀਰੀਅੰਸ ਹੈ ਉਹ ਤੁਸੀਂ ਜਿਸ ਪੇਪਰ ਦੇ ਉੱਤੇ ਆਪਣਾ ਬਣਾ ਕੇ ਡਿਜ਼ਾਈਨ ਕਰਕੇ ਲੈ ਕੇ ਜਾਂਦੇ ਹੋ ਦੈਟ ਇਜ਼ ਕਾਲਡ curriculum vitae। ਹੁਣ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਲਿਖ ਸਕਦੇ ਹਾਂ ਜਾਂ ਸਾਨੂੰ curriculum vitae ਵਿੱਚ ਕਿਹੜੀਆਂ ਚੀਜ਼ਾਂ ਨੂੰ ਲਿਖਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਐਜੂਕੇਸ਼ਨ ਜੋ ਤੁਸੀਂ ਸਟੱਡੀ ਕੀਤੀ ਹੈ ਉਹ ਬਿਲਕੁਲ ਡਿਟੇਲ ਵਿੱਚ ਬਿਲਕੁਲ ਜੋ ਅਸਲ ਕੀਤੀ ਉਹੀ ਸਾਡੇ ਉਹਦੇ ਵਿੱਚ ਇਨਕਲੂਡ ਹੋਣੀ ਚਾਹੀਦੀ ਹੈ। ਕਵਰ ਲੈਟਰ ਦੇ ਵਿੱਚ ਸਾਡੇ ਇਹ ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਸਾਡੇ ਕੰਟੈਕਟ ਡਿਟੇਲਸ ਸਾਡਾ ਪਰਸਨਲ ਡਾਟਾ ਸਾਡਾ ਕੰਟੈਕਟ ਨੰਬਰ ਸਾਡਾ ਐਡਰੈਸ ਨੇਮ ਫਾਦਰ ਨੇਮ ਸਾਡੀਆਂ ਕੁਆਲੀਫਿਕੇਸ਼ਨ ਸਾਡਾ ਐਕਸਪੀਰੀਅੰਸ ਐਂਡ ਸਕਿੱਲ ਇਹ ਸਾਰਾ ਕੁਝ ਸਾਡਾ curriculum vitae ਦੇ ਵਿੱਚ ਹੋਣਾ ਚਾਹੀਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਅਗਰ ਅਸੀਂ curriculum vitae ਬਣਾ ਕੇ ਜਾਂਦੇ ਹਾਂ ਤਾਂ ਸਾਨੂੰ ਉਹਦਾ ਕੀ ਫਾਇਦਾ ਹੁੰਦਾ ਹੈ ਉਹਦੇ ਕਿਹੜੇ ਬੈਨੀਫਿਟਸ ਹੈ। ਸਭ ਤੋਂ ਫਸਟ ਨੰਬਰ ਤੇ ਹੈ ਕਿ ਇਹਦੇ ਨਾਲ ਸਾਡਾ ਕੌਨਫੀਡੈਂਸ ਬਿਲਡ ਅਪ ਹੋ ਜਾਂਦਾ ਜਿਹਦੇ ਨਾਲ ਅਸੀਂ ਜਾ ਕੇ ਅਸੀਂ ਆਪਣੇ ਇੰਟਰਵਿਊਅਰ ਨੂੰ CV ਦੇਣਾ ਉਹ CV ਪੜ੍ਹ ਕੇ ਹੀ ਇੰਟਰਵਿਊਅਰ ਸਾਡੇ ਬਾਰੇ ਵਿੱਚ 50% ਤੋਂ ਵੀ ਜ਼ਿਆਦਾ ਜਾਣ ਜਾਂਦਾ ਹੈ ਕਿ ਇਹ ਪਰਸਨ ਕੌਣ ਹੈ ਇਹਦੀਆਂ ਕੁਆਲੀਫਿਕੇਸ਼ਨਸ ਕੀ ਹੈ ਇਹਦੇ 'ਚ ਕੀ ਕੈਪੇਬਿਲਿਟੀਜ਼ ਹੈ। ਉਹ ਤੋਂ ਬਾਅਦ ਵਿੱਚ ਜਿਹੜਾ ਰੈਸਟ ਪਾਰਟ ਹੈ ਉਹ ਸਾਡਾ ਜਿਹੜਾ ਰਿਟਨ ਔਰ ਵਰਬਲ ਇੰਟਰਵਿਊ ਹੋ ਗਿਆ ਉਹਦੇ ਥਰੂ ਸਾਡਾ ਜਾਣ ਲਿਆ ਜਾਂਦਾ ਹੈ। ਨੰਬਰ 2 ਤੇ ਆਉਂਦਾ ਹੈ ਸਾਡਾ ਰਾਈਟ ਮਾਈਂਡਸੈਟ। ਉਹਦੇ ਨਾਲ ਸਾਡਾ ਇੱਕ ਮਾਈਂਡਸੈਟ ਰਹਿੰਦਾ ਕਿ ਸਾਡੇ ਤੋਂ ਜੋ ਵੀ ਪੁੱਛਿਆ ਜਾਏਗਾ ਉਹ ਅਸੀਂ ਆਲਰੇਡੀ ਇੰਟਰਵਿਊਅਰ ਨੂੰ ਦੇ ਚੁੱਕੇ ਹਾਂ ਤਾਂ ਉਹਦੇ ਨਾਲ ਸਾਡਾ ਕੌਨਫੀਡੈਂਸ ਇਨਕਰੀਜ਼ ਹੋਇਆ ਰਹਿੰਦਾ ਹੈ। ਇਸ ਦੇ ਨਾਲ ਸਾਡਾ ਹੋਰ CV ਅਗਰ ਕਿਸੇ ਵੀ ਅਸੀਂ ਮਲਟੀ ਕੰਪਨੀਜ਼ ਵਿੱਚ ਅਪਲਾਈ ਕਰਨਾ ਤਾਂ ਅਸੀਂ ਉਹਨਾਂ ਨੂੰ ਆਪਣਾ CV ਮੇਲ ਕਰ ਸਕਦੇ ਹਾਂ ਜਿਹਦੇ ਨਾਲ ਕਿ ਸਾਡਾ ਇੱਧਰ ਉੱਧਰ ਭੱਜਣਾ ਜਿਹੜਾ ਲੈਗ ਵਰਕ ਹੁੰਦਾ ਉਹ ਸਾਰਾ ਘੱਟ ਜਾਂਦਾ। ਤਾਂ ਇਹ ਸਾਡੇ ਸਾਰੇ ਜਿਹੜੇ ਬੈਨੀਫਿਟ ਸੀਗੇ CV ਦੇ ਸੀਗੇ। ਹੁਣ ਅਸੀਂ ਇਹਦੀ ਇੰਪੋਰਟੈਂਸ ਬਾਰੇ ਗੱਲ ਕਰਦੇ ਹਾਂ ਕਿ ਇਹਦੀ ਕੀ ਮਹੱਤਤਾ ਹੈ। Your CV is the first chance you get to make a good impression on a potential employer। ਸਭ ਤੋਂ ਵੱਡਾ ਸਾਡੀ ਇਹਦੀ ਇੰਪੋਰਟੈਂਸ ਇਹਦੀ ਮਹੱਤਤਾ ਇਹੀ ਹੈ ਕਿ CV ਦੇ ਨਾਲ ਸਾਨੂੰ ਸਭ ਤੋਂ ਪਹਿਲਾਂ ਇੰਪਲਾਇਰ ਦੇ ਉੱਤੇ ਸਾਡਾ ਵਧੀਆ ਇੰਪ੍ਰੈਸ਼ਨ ਪੈ ਜਾਂਦਾ ਹੈ ਕਿ ਇਹ ਬੰਦਾ ਐਜੂਕੇਟਡ ਹੈ ਇਹਦੇ ਕੋਲ ਇਹ ਵਾਲੀਆਂ ਕੁਆਲੀਫਿਕੇਸ਼ਨਸ ਹੈ ਇਹਦੇ ਕੋਲ ਇੰਨਾ ਐਕਸਪੀਰੀਅੰਸ ਹੈ ਸੋ ਔਨ। ਜਿਸ ਤਰ੍ਹਾਂ ਅਸੀਂ ਆਪਣਾ CV ਲਿਖਾਂਗੇ ਉਸੇ ਹਿਸਾਬ ਨਾਲ ਸਾਡਾ ਇੰਪਲਾਇਰ ਤੇ ਇੰਪ੍ਰੈਸ਼ਨ ਪਏਗਾ। ਨੰਬਰ 2 is a top-notch CV will considerably boost your chance of getting a face-to-face interview। ਅਗਰ ਸਾਡਾ ਬਹੁਤ ਵਧੀਆ CV ਬਣਿਆ ਹੋਇਆ ਤਾਂ ਉਹਨੂੰ ਜਿਹੜਾ ਇੰਟਰਵਿਊਅਰ ਹੈ ਉਹ ਬਹੁਤ ਧਿਆਨ ਨਾਲ ਦੇਖ ਕੇ ਉਹਦੇ 'ਚ ਸਾਡੇ ਸਭ ਤੋਂ ਜ਼ਿਆਦਾ ਵੱਧ ਤੋਂ ਵੱਧ ਚਾਂਸਿਸ ਬਣ ਜਾਂਦੇ ਆ ਕਿ ਉਹ ਸਾਨੂੰ ਡਾਇਰੈਕਟਲੀ ਫੇਸ ਟੂ ਫੇਸ ਇੰਟਰਵਿਊ ਦੇ ਉੱਤੇ ਬੁਲਾ ਲਵੇ। ਇਹਦਾ ਮਤਲਬ ਇਹ ਹੈ ਕਿ ਸਾਡੀ ਕੋਈ ਰਿਟਨ ਟੈਸਟ ਨਹੀਂ ਹੋਏਗਾ ਜਾਂ ਸਾਡੀ ਹੋਰ ਕਿਸੇ ਤਰ੍ਹਾਂ ਦੀ ਇੰਟਰਵਿਊ ਨਹੀਂ ਹੋਏਗੀ ਉਹਨਾਂ ਨੇ ਸਾਨੂੰ ਡਾਇਰੈਕਟਲੀ ਫੇਸ ਟੂ ਫੇਸ ਇੰਟਰਵਿਊ ਵਾਸਤੇ ਬੁਲਾ ਲੈਣਾ। ਨੰਬਰ 3 is it is a tool to advertise yourself। ਆਪਣੇ ਆਪ ਨੂੰ ਪੇਸ਼ ਕਰਨ ਦਾ ਇਹ ਇੱਕ ਵਧੀਆ ਟੂਲ ਹੈ ਇਹ ਇੱਕ ਵਧੀਆ ਸਾਧਨ ਹੈ ਕਿ ਮੈਂ ਕੌਣ ਹਾਂ ਇਹ ਸਭ ਕੁਝ ਤੁਹਾਡੇ CV ਤੋਂ ਇੰਟਰਵਿਊਅਰ ਜਾਣ ਲੈਂਦਾ ਹੈ।
It is your chance to make a good first impression, as the recruiter takes only 8 to 10 seconds to analyze your CV. This is the most important part. ਇੱਕ ਵਧੀਆ CV ਦੇ ਨਾਲ ਸਾਡਾ ਰਿਕਰੂਟਰ ਦੇ ਉੱਤੇ ਵਧੀਆ ਇੰਪ੍ਰੈਸ਼ਨ ਤਾਂ ਪੈਂਦਾ ਹੀ ਹੈ, ਇਹਦੇ ਨਾਲ ਹੀ ਸਾਡੇ ਕੋਲ ਬਹੁਤ ਜ਼ਿਆਦਾ ਟਾਈਮ ਸੇਵ ਹੁੰਦਾ ਹੈ, ਕਿਉਂਕਿ ਰਿਕਰੂਟਰ ਹੈ ਜਿਹੜਾ ਉਹ 8 ਤੋਂ 10 ਸੈਕਿੰਡ ਵਿੱਚ ਉਸ CV ਨੂੰ ਪੜ੍ਹ ਕੇ ਹੀ ਸਾਡੇ ਬਾਰੇ ਵਿੱਚ ਸਭ ਕੁਝ ਜਾਣ ਲੈਂਦਾ ਤੇ ਉਹਦੇ ਨਾਲ ਸਾਡੇ ਕੋਲ ਵੱਧ ਚਾਂਸਸ ਹੋ ਜਾਂਦੇ ਨੇ ਜੌਬ ਨੂੰ ਪ੍ਰਾਪਤ ਕਰਨ ਦੇ। तो इनू थोड़ा एलैबोरेट कर दिए मैडम, दिस इज वेरी इंपॉर्टेंट, ये स्लाइड ना दोबारा शो करना। ओके सर। ਇਹਦੇ ਬਾਰੇ ਜ਼ਰੂਰ ਮੈਂ ਕਹਿਣਾ ਚਾਹਾਂਗਾ, ਕੁਝ ਬੱਚੇ CV ਬਾਜ਼ਾਰ ਤੋਂ ਵੀ ਬਣਵਾਉਂਦੇ ਆ, ਕਿਉਂਕਿ ਕਾਫੀ ਬੱਚਿਆਂ ਦਾ ਕੰਸਰਨ ਹੁੰਦਾ ਕਿ ਰਿਜ਼ਿਊਮ ਕਿੰਨਾ ਵਧੀਆ ਬਣਾਉਣਾ ਹੈ, ਰਿਜ਼ਿਊਮ ਕਿਸ ਤਰ੍ਹਾਂ ਬਣਾਉਣਾ ਹੈ ਔਰ CV ਕਿਸ ਤਰ੍ਹਾਂ ਬਣਾਉਣਾ ਹੈ। ਸੋ ਇਹ ਬੜਾ ਇੰਪੋਰਟੈਂਟ ਹੈਗਾ ਕਿ ਯੂਅਰ CV ਇਜ਼ ਅ ਫਰਸਟ ਚਾਂਸ you get to make a good impression on a potential employer। ਜਿਵੇਂ ਪ੍ਰਗਿਆ ਜੀ ਨੇ ਦੱਸਿਆ, she is an employer, ਉਹਨਾਂ ਨੇ ਇੱਕ ਰਿਕਰੂਟਮੈਂਟ ਕਰਨੀ ਹੈ ਤੇ ਫਸਟ ਆਫ ਆਲ ਉਹ CV ਦੇਖਣਗੇ। ਹਾਲਾਂਕਿ ਤੁਹਾਡੀ ਜਿਹੜੀ ਕੈਂਪਸ ਇੰਟਰਵਿਊ ਅਸੀਂ ਕਰਵਾਉਂਦੇ ਆ ਉਹਦੇ ਵਿੱਚ CV ਦੀ ਜ਼ਰੂਰਤ ਨਹੀਂ ਹੁੰਦੀ, ਸਿੰਸ ਯੂ ਆਰ ਸਟੱਡਿੰਗ ਇਨ ਕੈਂਪਸ ਜਾਂ ਜਿਹੜੀ ਵਰਚੁਅਲ ਪਲੇਸਮੈਂਟ ਵੀ ਕਰਵਾ ਰਹੇ ਆ। ਸੋ ਦਿਸ ਇਟਸੈਲਫ ਇਜ਼ ਅ CV ਕਿ ਯੂ ਆਰ ਸਟੂਡੈਂਟ ਵਿਦ ਅਸ, ਤੁਸੀਂ ਸਾਡੇ ਕਾਲਜ ਦੇ ਵਿੱਚ ਪੜ੍ਹਦੇ ਹੋ, ਤੁਹਾਡੇ ਟੀਚਰ ਨੇ ਤੁਹਾਡੀ ਜਾਣਕਾਰੀ ਦਿੱਤੀ ਹੁੰਦੀ ਹੈ। But CV is an important part to get placement. So a top-notch CV will considerably boost your chance of getting a face-to-face interview. ਵਧੀਆ ਜਿਹੜਾ CV ਬਣਿਆ ਹੁੰਦਾ ਇਹ ਤੁਹਾਡੇ chances, it is a tool to advertise yourself। ਤੁਸੀਂ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਹੋ ਕਿ ਤੁਹਾਡੇ ਚ ਕੀ ਕੁਆਲਿਟੀਜ਼ ਹੈਗੀਆਂ। it is your chance to make a good first impression, as the recruiter takes only 8 to 10 seconds to analyze your CV। ਜਿਵੇਂ ਕਿ ਇੱਕ EMPLOYER ਨੇ ਸਪੋਜ਼ ਕਰੋ 10 ਬੰਦੇ ਰੱਖਣੇ ਆ ਤੇ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਕੋਲ ਘੱਟੋ ਘੱਟ 1000 ਐਪਲੀਕੇਸ਼ਨਸ ਆ ਜਾਂਦੀਆਂ। ਸੋ ਉਹਨੂੰ ਉਹ ਇੱਕ CV ਦੇਖਣ ਦੇ ਵਿੱਚ ਇੰਨਾ ਹੀ ਟਾਈਮ ਮਿਲਦਾ, ਉਹ ਸਾਰੀਆਂ CVs ਐਨਾਲਾਈਜ਼ ਕਰਦਾ ਔਰ ਉਹਦੀ ਸਕਰੂਟਨੀ ਕਰਕੇ ਉਹਨੂੰ ਇੰਨਾ ਕੁ ਟਾਈਮ 8 ਤੋਂ 10 ਸੈਕਿੰਡ, ਮੇਬੀ 1 ਮਿੰਟ, ਮੇਬੀ 2 ਮਿੰਟ, ਬਟ ਅਸੀਂ ਦੇਖਿਆ ਜੇ CV ਅੱਛਾ ਹੋਏ ਤੇ ਇੰਪਲਾਇਰ ਉਹਤੇ ਜ਼ਿਆਦਾ ਟਾਈਮ ਵੀ ਡਿਵੋਟ ਕਰਦਾ ਹੈ। ਸੋ ਕਿਹੜੇ ਕਿਹੜੇ ਪੈਰਾਮੀਟਰ CV ਦੇ ਵਿੱਚ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਤੁਸੀਂ ਹਾਈਲਾਈਟ ਕਰੋ, ਲਾਈਕ ਯੂਅਰ ਐਕਸਪਰਟਾਈਜ਼, ਤੁਸੀਂ ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਐਕਸਪਰਟਾਈਜ਼ ਹੈਗੀ ਹੈ, ਤੁਹਾਡੀ ਬੇਸਿਕ ਜਿਹੜੀ ਅਕੈਡਮਿਕ ਕੁਆਲੀਫਿਕੇਸ਼ਨ ਕਿੰਨੀ ਹੈਗੀ ਹੈ, ਤੁਹਾਡੀ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਕੀ ਹੈਗੀ ਹੈ, ਕਿਸ ਬੈਕਗਰਾਊਂਡ ਨਾਲ ਸੰਬੰਧ ਤੁਸੀਂ ਰੱਖਦੇ ਹੋ। ਸੋ ਇਹ ਚੀਜ਼ਾਂ ਹਾਈਲਾਈਟ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਫਿਰ ਮੈਂ ਚਾਹਾਂਗਾ ਪ੍ਰਗਿਆ ਜੀ, ਐਜ਼ ਐਨ ਇੰਪਲਾਇਰ what is your expectation from a CV? ਇੱਕ ਰਿਜ਼ਿਊਮ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? if you can show us some resume, ਜਾਂ ਤੁਸੀਂ ਵੈਸੇ ਸਾਨੂੰ elaborate ਕਰ ਸਕੋ ਕਿ ਕਿਸ ਤਰ੍ਹਾਂ ਦਾ ਰਿਜ਼ਿਊਮ ਤੁਹਾਨੂੰ ਪਸੰਦ ਆਉਂਦਾ, ਉਹਦੇ ਬਾਰੇ ਥੋੜਾ ਬੋਲਣਾ ਚਾਹੋਗੇ ਪ੍ਰਗਿਆ ਜੀ? ਹਾਂਜੀ ਸਰ। ਸੋ ਸਭ ਤੋਂ ਪਹਿਲੇ ਸਰ ਰਿਜ਼ਿਊਮ ਡੈਫੀਨੇਟਲੀ ਜਿਹੜਾ ਹੈ ਅਸੀਂ ਇਹੀ ਰਿਕਮੈਂਡ ਕਰਨੇ ਆ ਕਿ ਹਾਂ ਕਪਲ ਆਫ ਕਾਪੀਜ਼ ਜਿਹੜੀਆਂ ਉਹ ਕੈਰੀ ਕਰਨੀਆਂ ਚਾਹੀਦੀਆਂ ਕੈਂਡੀਡੇਟ ਨੂੰ, ਸੋ ਦੈਟ ਇੱਕ ਉਹਦੇ ਖੁਦ ਦੇ ਹੱਥ 'ਚ ਹੋਵੇ ਜਦੋਂ ਆਪਣੇ ਬਾਰੇ ਐਕਸਪਲੇਨ ਕਰੇ ਤੇ ਉਹ ਕਨਫੀਡੈਂਟ ਓਨਾ ਹੀ ਹੋਵੇ ਐਕਸਪਲੇਨ ਕਰਨ ਦੇ ਵਿੱਚ, ਔਰ ਦੂਸਰਾ ਜਿਹੜਾ ਹੈ ਐਮਪਲੋਇਰ ਜਿਹਨ 'ਚ ਆਸਾਨੀ ਹੁੰਦੀ ਹੈ। ਅੱਛਾ CV ਜਿਹੜਾ ਹੈ ਡੈਫੀਨੇਟਲੀ ਜਿਹਦੇ ਵਿੱਚ ਕਿ ਸਭ ਤੋਂ ਪਹਿਲੇ ਹਾਈਲਾਈਟ ਉਹ ਹੋ ਜਾਣ ਚੀਜ਼ਾਂ ਜਿਹਦੇ ਵਿੱਚ ਕਿ ਉਹ ਅਪਲਾਈ ਕਰਨ ਆਇਆ ਹੈ, ਜਿਸ ਫੀਲਡ ਦੇ ਵਿੱਚ ਉਹ ਅਪਲਾਈ ਕਰਨ ਆਇਆ ਉਹ ਚੀਜ਼ਾਂ ਹਾਈਲਾਈਟ ਹੋਣੀਆਂ ਚਾਹੀਦੀਆਂ, ਸੋ ਦੈਟ ਇਮੀਡੀਏਟਲੀ ਜਿਹੜਾ ਫੋਕਸ ਉਹਦੇ ਤੇ ਹੋਏ ਕਿ ਟਾਈਮ ਐਮਪਲੋਇਰ ਕੋਲ ਘੱਟ ਵੀ ਹੈ ਤੇ ਉਹ ਚੀਜ਼ਾਂ ਪਰਟੀਕੁਲਰਲੀ ਜਿਹੜੀਆਂ ਮੈਂਸ਼ਨ ਹੋ ਰੱਖੀਆਂ, ਬੋਲਡ ਹੋ ਰੱਖੀਆਂ, ਉਹਨਾਂ ਤੇ ਧਿਆਨ ਜਾਵੇ, ਉਹਨਾਂ ਤੇ ਪ੍ਰੋਫੈਸ਼ਨਲ ਐਕਸਪੀਰੀਅੰਸ ਤੇ ਕੁਆਲੀਫਿਕੇਸ਼ਨ ਤੇ ਜਾਵੇ, ਔਰ ਉਹਦੇ ਅਕੋਰਡਿੰਗਲੀ ਅਗਰ ਉਸਨੇ ਸ਼ਾਰਟ ਲਿਸਟ ਕਰਨਾ ਹੈ ਤੇ ਉਹ ਸ਼ਾਰਟ ਲਿਸਟ ਕਰ ਸਕੇ ਕੈਂਡੀਡੇਟ ਨੂੰ। ਸੋ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਸਭ ਤੋਂ ਪਹਿਲੇ ਧਿਆਨ 'ਚ ਰੱਖੀਆਂ ਜਾਂਦੀਆਂ ਕਿ ਕੁਆਲੀਫਿਕੇਸ਼ਨ ਕੀ ਹੈ, ਉਸ ਤੋਂ ਬਾਅਦ ਫਿਰ ਜੈਸਚਰਸ ਤੋਂ ਜੱਜ ਕੀਤਾ ਜਾਂਦਾ ਹੈ, ਕੁਐਸਚਨਸ ਤੋਂ ਜੱਜ ਕੀਤਾ ਜਾਂਦਾ ਹੈ, ਉਸ ਰਿਜ਼ਿਊਮੇ ਦੇ ਅਕੋਰਡਿੰਗਲੀ ਕੁਐਸਚਨਸ ਪੁੱਛੇ ਜਾਂਦੇ ਹਨ। ਕੁਛ ਬਿਹੇਵੀਅਰਲ ਜਿਹੜੇ ਹੈ ਉਹ ਕੁਐਸਚਨਸ ਪੁੱਛੇ ਜਾਂਦੇ ਹਨ ਕਿ ਜਿਹੜੇ ਉਹਨਾਂ ਦੇ ਨਾਲ ਲਿੰਕ ਕਰਦੇ ਹਨ ਕਿ ਹਾਂ ਫੋਰ ਐਗਜ਼ਾਮਪਲ ਜੇ ਤੁਸੀਂ ਕੋਈ ਸਿਚੁਏਸ਼ਨ ਇਸ ਤਰ੍ਹਾਂ ਦੀ ਜਿਹੜੀ ਹੈ ਫੇਸ ਕੀਤੀ ਹੋਵੇ ਜਿਹੜੀ ਲਾਈਫ ਦੇ ਵਿੱਚ ਕਿ ਤੁਸੀਂ ਉਹਦੇ ਤੋਂ ਬਾਹਰ ਕਿਸ ਤਰ੍ਹਾਂ ਨਿਕਲੇ ਹੋਵੋ ਜਾਂ ਉਹਨੂੰ ਤੁਸੀਂ ਫੇਸ ਕਿਸ ਤਰ੍ਹਾਂ ਕੀਤਾ ਹੋਵੇ, ਸੋ ਉਹਨਾਂ ਚੀਜ਼ਾਂ ਤੋਂ ਜਿਹੜਾ ਹੈ ਉਹ ਜੱਜ ਕੀਤਾ ਜਾਂਦਾ ਹੈ ਕਿ ਕਲਾਇੰਟ ਕਿਸ ਤਰ੍ਹਾਂ ਦਾ ਹੈ। ਸੋ ਆਪਣੇ CV ਤੇ ਹੀ ਉਹਨੂੰ ਜਿਹੜਾ ਹੈ ਆਪਣੇ CV ਨੂੰ ਹੀ ਐਕਸਪਲੇਨ ਕਰਨ ਨੂੰ ਕਿਹਾ ਜਾਂਦਾ ਹੈ ਕਿ ਹਾਂ ਤੁਸੀਂ ਆਪਣਾ CV ਐਕਸਪਲੇਨ ਕਰਕੇ ਦੱਸੋ ਸਾਨੂੰ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹਦੇ ਥਰੂ ਸਾਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ।
ਸੋ ਡੈਫੀਨਿਟਲੀ ਸਰ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਉਹ ਪ੍ਰੋਫੈਸ਼ਨਲ ਜਿਹਦੇ ਵਾਸਤੇ ਉਹ ਆਏ ਆ ਉਹ ਚੀਜ਼ ਸਭ ਤੋਂ ਪਹਿਲੇ ਜਿਹੜੀ ਉਹ ਹਾਈਲਾਈਟ ਹੋਣੀ ਚਾਹੀਦੀ ਹੈ। ਸੋ ਰੈਸਟ ਜਿਹੜੀਆਂ ਚੀਜ਼ਾਂ ਉਹ ਗੱਲਾਂ ਕਰਕੇ ਜਿਹੜੀਆਂ ਹੌਲੀ ਹੌਲੀ ਫੇਸ ਟੂ ਫੇਸ ਇੰਟਰਵਿਊ 'ਚ ਪਤਾ ਲੱਗ ਜਾਂਦੀਆਂ ਹਨ। ਹਾਂਜੀ ਸਰ। ਸੋ ਵੈਰੀ ਗੁੱਡ ਜੀ। ਸੋ ਬੈਕ ਟੂ ਮਨਿੰਦਰ ਜੀ, ਥੈਂਕ ਯੂ। ਤੁਸੀਂ ਦੱਸੋ ਇੰਪੋਰਟੈਂਸ ਆਫ ਅ ਗੁੱਡ ਸੀਵੀ, ਇਹ ਤੁਸੀਂ ਦੱਸ ਰਹੇ ਸੀਗੇ, ਸੋ ਕਾਈਂਡਲੀ ਐਲੈਬੋਰੇਟ। ਜੀ ਸਰ, ਥੈਂਕ ਯੂ ਸਰ। ਤਾਂ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ CV ਤੋਂ ਬਾਅਦ ਵਿੱਚ ਕਿ ਇੰਟਰਵਿਊ ਕਿਸ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਰਿਟਨ ਟੈਸਟ ਬਾਰੇ। ਕੈਂਡੀਡੇਟ ਦੀ ਨੌਲੇਜ ਚੈੱਕ ਕਰਨ ਬਾਰੇ, ਉਹਦੀਆਂ ਐਬਿਲਿਟੀਜ਼ ਨੂੰ ਚੈੱਕ ਕਰਨ ਬਾਰੇ ਤਾਂ ਕਈ ਕੰਪਨੀਜ਼ ਹੈ ਜਿਹੜੀਆਂ ਰਿਟਨ ਟੈਸਟ ਲੈਂਦੀਆਂ ਹਨ। ਜਿਵੇਂ ਕਿ ਇੱਥੇ ਸਭ ਤੋਂ ਪਹਿਲਾਂ ਮੈਂ ਆਪਣੀ ਹੀ ਗੱਲ ਕਰਦੀ ਹਾਂ ਕਿ ਜਦੋਂ ਮੈਂ ਇਸ ਜੌਬ 'ਚ ਆਈ ਸੀ ਤਾਂ ਸਾਡਾ ਜਿਹੜਾ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਹੈ ਉਸਨੇ ਸਾਡੇ ਕੈਂਡੀਡੇਟਸ ਦੀ ਨੌਲੇਜ ਨੂੰ, ਐਬਿਲਿਟੀਜ਼ ਨੂੰ, ਐਪਟੀਟਿਊਡ ਨੂੰ ਚੈੱਕ ਕਰਨ ਦੇ ਲਈ ਸਾਡਾ ਇੱਕ ਰਿਟਨ ਟੈਸਟ ਲਿਆ ਗਿਆ ਸੀਗਾ ਪੰਜਾਬ ਲੈਵਲ ਤੇ, ਜਿਸ ਤੋਂ ਬਾਅਦ ਵਿੱਚ ਸਾਡੀ ਮੈਰਿਟ ਬੇਸਿਸ ਤੇ ਸਾਰਿਆਂ ਦੀ ਸਿਲੈਕਸ਼ਨ ਹੋਈ ਹੈ। ਤਾਂ ਇਹਦੇ ਨਾਲ ਇਹ ਜਿਹੜੀਆਂ ਰਿਟਨ ਟੈਸਟ ਹੈ ਇਹ ਮੈਨੂਅਲ ਵੀ ਹੋ ਸਕਦੇ ਹੈ ਤੇ ਆਨਲਾਈਨ ਵੀ ਹੋ ਸਕਦੇ ਹੈ। ਬਹੁਤ ਸਾਰੀਆਂ ਕੰਪਨੀ ਜਿਵੇਂ MNCs ਹੈ, ਮਲਟੀਨੈਸ਼ਨਲ ਕੰਪਨੀਜ਼ ਹੈ, ਉਹ ਇਹ ਰਿਟਨ ਟੈਸਟ ਆਨਲਾਈਨ ਵੀ ਲੈ ਲੈਂਦੇ ਨੇ। ਪਰ ਅਗਰ ਅਸੀਂ ਲੋਕਲ ਇੰਡਸਟਰੀ ਦੀ ਗੱਲ ਕਰੀਏ ਜਾਂ ਲੋਕਲ ਡਿਪਾਰਟਮੈਂਟ ਕੋਈ ਵੀ ਹੋਵੇ ਤਾਂ ਕੈਂਡੀਡੇਟਸ ਨੂੰ ਆਪਣੇ ਐਗਜ਼ਾਮੀਨੇਸ਼ਨ ਹਾਲਸ ਇਸ਼ੂ ਕਰਕੇ ਤਾਂ ਉਹਨਾਂ ਦੇ ਮੈਨੂਅਲੀ ਵੀ ਰਿਟਨ ਟੈਸਟ ਲੈ ਲੈਂਦੇ ਹਨ। ਇਸ ਦੇ ਨਾਲ ਹੀ ਅੱਗੇ ਕੈਟਾਗਰੀ ਆਉਂਦੀ ਹੈ ਸਾਡੇ ਕੋਲ ਵਰਬਲ ਇੰਟਰਵਿਊਜ਼ ਦੀ। ਵਰਬਲ ਇੰਟਰਵਿਊਜ਼ ਵਿੱਚ ਕੈਂਡੀਡੇਟਸ ਦੀ ਬੈਕਗ੍ਰਾਉਂਡ ਸਕਿੱਲਸ ਨੂੰ ਜੱਜ ਕੀਤਾ ਜਾਂਦਾ ਹੈ, ਉਹਨਾਂ ਦੀ ਜਨਰਲ ਨੌਲੇਜ, ਉਹਨਾਂ ਦਾ ਐਪਟੀਟਿਊਡ, ਉਹਨਾਂ ਦੀ ਪਰਸਨੈਲਿਟੀ ਔਰ ਬਹੁਤ ਕੁਝ ਡਿਸਕਸ ਕੀਤਾ ਜਾਂਦਾ ਹੈ। ਵਰਬਲ ਕੀ ਜਿਹੜੀ ਆਮਨੋ ਸਾਹਮਣੇ ਅਸੀਂ ਬੋਲ ਕੇ ਇੰਟਰਵਿਊ ਲੈਂਦੇ ਹਾਂ ਉਹਨੂੰ ਵਰਬਲ ਇੰਟਰਵਿਊ ਕਿਹਾ ਜਾਂਦਾ ਹੈ। ਉਸਦੇ ਵਿੱਚ ਕੈਂਡੀਡੇਟ ਨੂੰ ਇਹ ਵੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੰਨੀ ਸੈਲਰੀ ਲੈਣਾ ਚਾਹੁੰਦੇ ਹੋ, ਕਿੰਨੇ ਪੈਕੇਜ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ। ਇਹ ਵਰਬਲ ਇੰਟਰਵਿਊਜ਼ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਪਰਸਨਲ ਇੰਟਰਵਿਊ ਹੋ ਸਕਦੀ ਹੈ, ਪੈਨਲ ਇੰਟਰਵਿਊ ਹੋ ਸਕਦੀ ਹੈ। ਪੈਨਲ ਦੇ ਵਿੱਚ ਇੱਕ ਪੈਨਲ ਬਣਦਾ ਹੈ ਇੰਟਰਵਿਊ ਲੈਣ ਲਈ 5 ਤੋਂ 7 ਜਾਂ 8 ਬੰਦਿਆਂ ਦਾ। ਉਹ ਸਾਰੇ ਜਿਹੜੇ ਪਰਸਨਸ ਹੈ ਉਹ ਬੈਠ ਕੇ ਜਿਹੜਾ ਕੈਂਡੀਡੇਟ ਆਇਆ ਹੁੰਦਾ ਇੰਟਰਵਿਊ ਦੇਣ ਲਈ ਉਹਦੀ ਇੰਟਰਵਿਊ ਲੈਂਦੇ ਹਨ। ਔਰ ਇਹ ਕਈ ਪਾਰਟਸ ਵਿੱਚ ਇੰਟਰਵਿਊ ਹੋ ਜਾਂਦੀ ਹੈ। ਲਾਈਕ ਜਿਵੇਂ ਡਿਫੈਂਸ ਸਰਵਿਸਿਜ਼ ਦੀ ਗੱਲ ਕਰੀਏ ਤੇ ਉਹਨਾਂ ਵਿੱਚ ਕਈ ਪਾਰਟਸ ਵਿੱਚ ਇੰਟਰਵਿਊ ਹੁੰਦੀ ਹੈ। ਜਿਵੇਂ ਪਰਸਨਲ ਵੀ ਸਭ ਤੋਂ ਪਹਿਲਾਂ ਰਿਟਰਨ ਪਾਰਟ ਹੁੰਦਾ ਉਹਨਾਂ ਦਾ, ਫਿਰ ਪਰਸਨਲ ਹੁੰਦੀ ਹੈ, ਦੈਨ ਫਿਰ ਗਰੁੱਪ ਡਿਸਕਸ਼ਨ ਹੁੰਦੀ ਹੈ, ਜਿਹੜੇ ਅਲੱਗ-ਅਲੱਗ ਸਟੇਜਿਸ ਤੋਂ ਬਾਅਦ ਵਿੱਚ ਜਾ ਕੇ ਕੈਂਡੀਡੇਟ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ। ਗਰੁੱਪ ਡਿਸਕਸ਼ਨ ਦੇ ਵਿੱਚ ਜਿਹਨੇ ਸਿਲੈਕਟ ਕੀਤੇ ਹੋਏ ਕੈਂਡੀਡੇਟਸ ਹੁੰਦੇ ਆ ਉਹਨਾਂ ਸਾਰਿਆਂ ਨੂੰ ਤੇ ਐਕਸਪਰਟਸ ਨੂੰ ਬਿਠਾ ਕੇ ਕਿਸੇ ਵੀ ਟੌਪਿਕ ਨੂੰ ਜਿਸ ਚੀਜ਼ ਲਈ ਕੈਂਡੀਡੇਟ ਇੰਟਰਵਿਊ ਦੇਣ ਆਇਆ ਹੁੰਦਾ ਹੈ ਉਸਦੇ ਨਾਲ ਰਿਲੇਟਡ ਟੌਪਿਕਸ ਦੇ ਉੱਤੇ ਇੱਕ ਗਰੁੱਪ ਡਿਸਕਸ਼ਨ ਕੀਤੀ ਜਾਂਦੀ ਹੈ। ਜਿਹੜਾ ਕੈਂਡੀਡੇਟ ਉਸ ਟੌਪਿਕ ਦੇ ਉੱਤੇ ਗਰੁੱਪ ਡਿਸਕਸ਼ਨ ਵਿੱਚ ਸਭ ਤੋਂ ਜ਼ਿਆਦਾ ਇੰਟਰੈਕਟ ਕਰਦਾ ਹੈ ਜਾਂ ਜਿਸ ਦੀਆਂ ਕੈਪੇਬਿਲਿਟੀਜ਼ ਦੀ ਪਹਿਚਾਣ ਹੋ ਜਾਂਦੀ ਹੈ, ਉਸਦੀ ਨੌਲੇਜ ਦੀ ਪਹਿਚਾਣ ਹੋ ਜਾਂਦੀ ਹੈ, ਉਸ ਕੈਂਡੀਡੇਟ ਨੂੰ ਹੀ ਉਸ ਪੋਸਟ ਵਾਸਤੇ ਸਿਲੈਕਟ ਕੀਤਾ ਜਾਂਦਾ ਹੈ। ਤਾਂ ਹੁਣ ਮੈਂ ਇਨਵਾਈਟ ਕਰਨਾ ਚਾਹਾਂਗੀ ਮੇਰੇ ਆਪਣੇ ਕੋਲੀਗ ਮਿਸਿਸ ਪ੍ਰਵੀਨ ਬਾਲੀ ਜੀ ਕਿ ਇਸ ਤੋਂ ਅੱਗੇ ਉਹ ਤੁਹਾਨੂੰ ਟਾਈਪਸ ਆਫ ਇੰਟਰਵਿਊਜ਼ ਦੇ ਬਾਰੇ ਥੋੜੀ ਜਿਹੀ ਨੌਲੇਜ ਦੇਣ। ਆਈ ਵੈਲਕਮ ਮਿਸਿਸ ਪ੍ਰਵੀਨ ਬਾਲੀ। Thank you, Maninder ma'am. Thank you so much. A very good afternoon to you all. ਜਿਸ ਤਰ੍ਹਾਂ ਕਿ ਮਨਿੰਦਰ ਮੈਮ ਨੇ ਦੱਸਿਆ ਕਿ ਇੱਕ ਇੰਟਰਵਿਊ ਦੇਣ ਲਈ ਇੱਕ ਜਿਹੜੇ ਕੈਂਡੀਡੇਟ ਨੂੰ ਹੈ ਉਹ ਕਾਫੀ ਸਾਰੇ ਪੜਾਅ ਆਪਣੇ ਜੌਬ ਸਿਲੈਕਸ਼ਨ ਵਾਸਤੇ ਪਾਰ ਕਰਨੇ ਪੈਂਦੇ ਆ। ਸੋ ਇਸ ਤੋਂ ਅੱਗੇ ਮੈਂ ਗੱਲ ਕਰਾਂਗੀ ਡਿਫਰੈਂਟ ਕਾਈਂਡਸ ਆਫ ਇੰਟਰਵਿਊਜ਼ ਦੀ, ਕਿਹੜੀਆਂ ਡਿਫਰੈਂਟ ਉਹ ਟਾਈਪਸ ਹੈਗੀਆਂ ਇੰਟਰਵਿਊਜ਼ ਦੀਆਂ ਜਿਨ੍ਹਾਂ ਚੋਂ ਸਾਨੂੰ ਲੰਘਣਾ ਪੈਂਦਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਫੇਸ ਟੂ ਫੇਸ ਇੰਟਰਵਿਊ। ਇਹ ਜਿਹੜੀ ਫੇਸ ਟੂ ਫੇਸ ਇੰਟਰਵਿਊ ਹੁੰਦੀ ਹੈ ਜਨਰਲੀ this is a traditional interview and the most common type of interview. ਇਹ ਜਿਹੜੀ ਇੰਟਰਵਿਊ ਹੈ ਸਭ ਤੋਂ ਆਮ ਤੌਰ ਤੇ ਇਹੋ ਹੀ ਫੇਸ ਟੂ ਫੇਸ ਇੰਟਰਵਿਊ ਹੀ ਕੰਡਕਟ ਕੀਤੀ ਜਾਂਦੀ ਹੈ ਇੱਕ ਕੈਂਡੀਡੇਟ ਦੀ ਸਿਲੈਕਸ਼ਨ ਦੇ ਲਈ। In this interview, the candidate and the interviewer meets face to face. ਇਸ ਇੰਟਰਵਿਊ ਦੇ ਵਿੱਚ ਜਿਹੜੇ ਇੰਟਰਵਿਊਅਰ ਆ ਔਰ ਕੈਂਡੀਡੇਟ ਆ ਇੱਕ ਆਪਸ ਦੇ ਵਿੱਚ ਫੇਸ ਟੂ ਫੇਸ ਗੱਲ ਕਰਦੇ ਆ। The main concept of the interview is to build rapport with the interviewer and show how the qualification will benefit their organization.
इस इंटरव्यू दा मेन कंसेप्ट की हुंदा है, रैपट बिल्ड करना मीन्स टू मेक अ हारमोनियस रिलेशनशिप। एक कैंडीडेट और एक इंटरव्यूअर दे विच जिहड़ा एक रिलेशन बहुत अच्छा हारमोनियस रिलेशनशिप बनाना, ਤਾਂ ਜੋ ਉਹ ਦੇਖ ਸਕਣ ਕਿ ਜਿਹੜੀ ਕੈਂਡੀਡੇਟ ਦੀ ਕੁਆਲੀਫਿਕੇਸ਼ਨ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ, ਸਾਡੀ ਕੰਪਨੀ ਨੂੰ ਕਿਸ ਤਰ੍ਹਾਂ ਬੈਨੀਫੀਸ਼ੀਅਲ ਹੋਏਗੀ। The interviewee should maintain eye contact and respond to all the questions of the interviewer। ਜਿਹੜਾ ਇੰਟਰਵਿਊ ਦੇਣ ਵਾਸਤੇ ਕੈਂਡੀਡੇਟ ਆਂਦਾ ਹੈ ਉਸਨੂੰ ਆਪਣੇ ਜਿਹੜੇ ਆਈ ਕੰਟੈਕਟ ਹੈ ਇੰਟਰਵਿਊਅਰ ਦੇ ਨਾਲ ਬਣਾ ਕੇ ਰੱਖਣਾ ਚਾਹੀਦਾ ਹੈ ਔਰ ਉਹਦੇ ਦੁਆਰਾ ਪੁੱਛੇ ਗਏ ਹਰ ਸਵਾਲ ਦਾ ਜਵਾਬ ਬੜੇ ਤਰੀਕੇ ਦੇ ਨਾਲ, ਸਹੀ ਤਰੀਕੇ ਦੇ ਨਾਲ ਦਿੱਤਾ ਜਾਣਾ ਚਾਹੀਦਾ ਹੈ। ਸੋ ਇਸ ਫੇਸ ਟੂ ਫੇਸ ਇੰਟਰਵਿਊ ਤੋਂ ਬਾਅਦ ਗੱਲ ਕਰਾਂਗੇ ਬਿਹੇਵੀਅਰਲ ਇੰਟਰਵਿਊ ਦੀ। Behavioral interview ਜਿਹੜੀ ਹੈ a common type of interview in the modern workplace is the behavioral interview। common ਬਹੁਤ ਹੀ ਆਮ ਤੌਰ ਤੇ ਜਿਹੜੀ ਕਿ ਇੰਟਰਵਿਊ ਹੈ, ਆਮ ਕਿਸਮ ਦੇ ਇੰਟਰਵਿਊ ਇੱਕ ਵਿਵਹਾਰਿਕ ਇੰਟਰਵਿਊ ਹੁੰਦੀ ਹੈ ਜਾਂ behavioral event interview ਵੀ ਇਸ ਨੂੰ ਕਿਹਾ ਜਾਂਦਾ ਹੈ। also called a competency based interview। ਇਸ ਨੂੰ ਕਾਰਜ ਕੁਸ਼ਲਤਾ ਤੇ ਆਧਾਰਿਤ ਇੰਟਰਵਿਊ ਵੀ ਕਿਹਾ ਜਾਂਦਾ ਹੈ। This type of interview is based on a nation that job candidates' previous behavior are the best indication of future performance। ਇਸ ਇੰਟਰਵਿਊ ਵਿੱਚ ਕੀ ਦੇਖਿਆ ਜਾਂਦਾ ਹੈ ਕਿ ਨੇਸ਼ਨ ਬੇਸਡ ਹੁੰਦੀ ਹੈ, ਜੋ ਕਿ ਨੌਕਰੀ ਕਰਨ ਵਾਲੇ ਉਮੀਦਵਾਰ ਹੁੰਦੇ ਹਨ, ਉਹਨਾਂ ਦਾ ਪਿਛਲਾ ਬਿਹੇਵੀਅਰ ਉਹਨਾਂ ਦੇ ਭਵਿੱਖ ਦੀ ਕਾਰਗੁਜ਼ਾਰੀ ਦਾ ਜਿਹੜਾ ਸਭ ਤੋਂ ਵਧੀਆ ਸੂਚਕ ਹੋ ਸਕਦਾ ਹੈ। ਉਹ ਆਪਣੇ ਪਿਛਲੇ ਬਿਹੇਵੀਅਰ ਨੂੰ ਲੈ ਕੇ ਆਪਣੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਰਹੇਗਾ, ਕਿ ਉਹਦਾ ਪਿਛਲਾ ਬਿਹੇਵੀਅਰ ਜਿਹੜਾ ਸੀ ਕੰਪਨੀ ਦੇ ਨਾਲ ਜਾਂ ਕੰਪਨੀ ਦੇ EMPLOYEES ਦੇ ਨਾਲ ਕੀ ਉਹ ਸਹੀ ਸੀਗਾ। ਸੋ ਇਸ ਤੋਂ ਅੱਗੇ ਗੱਲ ਕਰਦੇ ਹਾਂ, the interview asks the candidate to recall specific instances where they were faced with a set of circumstances and how they reacted। ਜਿਸ ਤਰ੍ਹਾਂ ਕਿ ਮੈਮ ਪ੍ਰਗਿਆ ਨੇ ਵੀ ਪਹਿਲਾਂ ਦੱਸਿਆ ਕਿ ਕੈਂਡੀਡੇਟ ਨੂੰ ਇੱਕ ਇਹੋ ਜਿਹੀ ਸਿਚੁਏਸ਼ਨ ਬਾਰੇ ਪੁੱਛਿਆ ਜਾਂਦਾ ਹੈ ਜਿਸ ਨੂੰ ਉਸਨੇ ਆਪਣੇ ਪਾਸ ਦੇ ਵਿੱਚ ਫੇਸ ਕੀਤਾ ਹੋਵੇ ਜਾਂ ਇਹੋ ਜਿਹੇ ਸਰਕਮਸਟੈਂਸਿਸ ਜਿਹੜੇ ਉਹਦੇ ਫੇਵਰ ਚ ਨਾ ਹੋਣ, ਈਵਨ ਦੈਨ ਉਹਨਾਂ ਨੂੰ ਫੇਸ ਕੀਤਾ ਹੋਵੇ ਔਰ ਉਹਨੇ ਕਿਸ ਤਰ੍ਹਾਂ ਰਿਐਕਟ ਕੀਤਾ। ਸੋ ਬਿਹੇਵੀਅਰਲ ਇੰਟਰਵਿਊ ਦੇ ਵਿੱਚ ਇਸ ਤਰ੍ਹਾਂ ਦੇ ਇੰਟਰਵਿਊਅਰ ਵੱਲੋਂ ਉਸਨੂੰ ਕੈਂਡੀਡੇਟ ਨੂੰ ਸਵਾਲ ਜਵਾਬ ਪੁੱਛੇ ਜਾਂਦੇ ਆ। ਨੈਕਸਟ ਹੈ ਫੋਨ ਇੰਟਰਵਿਊਜ਼। phone interviews जो है, telephone interviews takes place if a recruiter wishes to dwindle down the number of prospective candidates before deciding on a shortlist for face-to-face interview। ਇਸ ਦੇ ਵਿੱਚ ਕੀ ਹੁੰਦਾ ਹੈ, ਟੈਲੀਫੋਨਿਕ ਇੰਟਰਵਿਊ ਉਦੋਂ ਹੁੰਦੀ ਹੈ ਜਦੋਂ ਕੋਈ ਰਿਕਰੂਟਰ ਮੀਨਸ ਜਿਸਨੂੰ ਵੀ ਭਰਤੀ ਕਰਨੀ ਹੈ ਜਾਂ ਜਿਸਨੇ ਨੌਕਰੀ ਦੇਣੀ ਹੈ, ਉਹ ਵਿਅਕਤੀ ਫੇਸ ਟੂ ਫੇਸ ਹੋਈ ਇੰਟਰਵਿਊ ਵਿੱਚ ਸ਼ਾਰਟਲਿਸਟ ਹੋਏ ਉਮੀਦਵਾਰਾਂ ਦੀ ਗਿਣਤੀ ਨੂੰ ਘਟਾਉਣਾ ਚਾਹੁੰਦਾ ਹੋਵੇ। They also take place if a job applicant is a significant distance away from the premises of the hiring company, such as abroad or in other state। ਇਹ ਇੰਟਰਵਿਊ ਉਦੋਂ ਕੰਡਕਟ ਕੀਤੀ ਜਾਂਦੀ ਹੈ ਜਦੋਂ ਐਪਲੀਕੈਂਟ ਜਿਹੜਾ ਹੈ ਉਹ ਜਿਹੜੇ ਸਿਗਨੀਫੀਕੈਂਟ ਜਿਹੜੀ ਪਲੇਸ ਹੈ, ਜਿਹੜੀ ਪ੍ਰੇਮਿਸਿਸ ਆ ਜਿੱਥੇ ਨੌਕਰੀ ਦਿੱਤੀ ਜਾਣੀ ਹੈ ਉਸ ਤੋਂ ਥੋੜਾ ਦੂਰ ਹੈ, ਜਾਂ ਫਿਰ ਉਹ ਕਿਸੇ ਬਾਹਰਲੇ ਮੁਲਕ ਵਿੱਚ ਬੈਠਾ ਹੈ ਜਾਂ ਕਿਸੇ ਦੂਜੀ ਸਟੇਟ ਜਾਂ ਦੂਜੇ ਰਾਜ ਦੇ ਵਿੱਚ ਹੈ, ਤਾਂ ਉਸਨੂੰ ਟੈਲੀਫੋਨ ਦੇ ਦੁਆਰਾ ਇੰਟਰਵਿਊ ਕੀਤਾ ਜਾਂਦਾ ਹੈ। Next type of interview is panel interview। Panel means a selection committee that is appointed for interviewing the candidate। Panel ਦਾ ਮਤਲਬ ਹੁੰਦਾ ਹੈ ਇੱਕ selection committee ਜਿਹੜੀ ਕਿ ਇੱਕ interview conduct ਕਰਦੀ ਹੈ, ਜਿਹੜਾ ਕਿ appoint ਕੀਤਾ ਜਾਣਾ candidate ਉਹਦੇ ਲਈ। So panel may include 3 or 5 members। ਜਿਹੜੀ panel ਦੀ ਕਮੇਟੀ ਹੈ, panel interview ਲੈਣ ਵਾਲੇ ਜਿਹੜੇ committee members ਆ ਉਹ 3 to 5 members ਹੋ ਸਕਦੇ ਆ। Questions are asked to candidate about different aspects and marks are given to each candidate। ਸਾਰਿਆਂ ਵੱਲੋਂ ਕੁਐਸਚਨ ਜਿਹੜੇ ਆ ਕੈਂਡੀਡੇਟ ਨੂੰ ਪੁੱਛੇ ਜਾਂਦੇ ਆ, ਉਮੀਦਵਾਰ ਨੂੰ ਪੁੱਛੇ ਜਾਂਦੇ ਆ ਡਿਫਰੈਂਟ ਆਸਪੈਕਟਸ ਤੇ, ਡਿਫਰੈਂਟ ਅਲੱਗ-ਅਲੱਗ ਤਰੀਕੇ ਦੇ ਕੁਐਸਚਨ ਜਿਹੜੇ ਕੈਂਡੀਡੇਟ ਨੂੰ ਪੁੱਛੇ ਜਾਂਦੇ ਆ ਔਰ ਸਾਰੇ ਆਪੋ ਆਪਣੇ ਜਿਹੜੀ ਨੰਬਰਿੰਗ ਆ ਜਾਂ ਉਹਨੂੰ ਮਾਰਕਸ ਆ ਕੈਂਡੀਡੇਟ ਨੂੰ ਦਿੰਦੇ ਆ। Final decisions are taken by all members collectively by rating the candidates। Candidates ਨੂੰ ਬਾਅਦ ਦੇ ਵਿੱਚ ਸਾਰਿਆਂ ਦੀ ਰਾਏ ਦੇ ਲੈਣ ਤੋਂ ਬਾਅਦ ਜਿਹੜਾ ਉਹਨੂੰ ਰਿਮਾਰਕਸ ਦਿੱਤੇ ਜਾਂਦੇ ਆ, ਗੁੱਡ ਔਰ ਬੈਡ ਜੋ ਵੀ ਹੁੰਦੇ ਆ, ਕਲੈਕਟਿਵਲੀ ਇੱਕ ਡਿਸੀਜਨ ਲਿਆ ਜਾਂਦਾ ਹੈ ਇੱਕ ਪੈਨਲ ਕਮੇਟੀ ਦੇ ਵੱਲੋਂ।
ਸੋ ਨੈਕਸਟ ਇੰਟਰਵਿਊ ਦੀ ਗੱਲ ਕਰਾਂਗੇ ਜਿਹੜੀ ਹੈ ਟਾਈਪ ਇੰਟਰਵਿਊ ਦੀ ਐਗਜ਼ਿਟ ਇੰਟਰਵਿਊ। ਐਗਜ਼ਿਟ ਇੰਟਰਵਿਊ ਦੇ ਵਿੱਚ ਕੀ ਹੈ, when an employee leaves the company, ਜਦੋਂ ਇੱਕ EMPLOYEE ਜਿਹੜਾ ਆ ਕੰਪਨੀ ਨੂੰ ਛੱਡ ਦਿੰਦਾ ਹੈ ਤਾਂ he is interviewed either by his immediate superior or by the HRD manager। ਜਾਂ ਤਾਂ ਉਹ ਜਿਹੜੇ ਉਸ ਤੋਂ ਜਿੱਥੇ ਕੰਮ ਕਰ ਰਿਹਾ ਉਸ ਤੋਂ ਜਿਹੜੇ ਸੁਪੀਰੀਅਰ ਆ ਉਹਨਾਂ ਦੁਆਰਾ ਇੰਟਰਵਿਊ ਕੀਤਾ ਜਾਂਦਾ ਹੈ, ਔਰ ਬਾਏ ਦਾ HRD ਮੈਨੇਜਰ ਜਾਂ ਫਿਰ ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਮੈਨੇਜਰਸ ਵੱਲੋਂ ਜਿਹੜੇ ਕਿ ਰਿਕਰੂਟਮੈਂਟ ਕਰਦੇ ਆ, ਜਿਹੜੇ ਕਿ ਉਮੀਦਵਾਰਾਂ ਨੂੰ ਨੌਕਰੀਆਂ ਦਿੰਦੇ ਆ, ਉਹਨਾਂ ਵੱਲੋਂ ਇੰਟਰਵਿਊ ਕੀਤਾ ਜਾਂਦਾ ਹੈ। ਦਿਸ ਇੰਟਰਵਿਊ ਇਜ਼ ਕਾਲਡ ਐਨ ਐਗਜ਼ਿਟ ਇੰਟਰਵਿਊ। ਇਸ ਤਰ੍ਹਾਂ ਦੀ ਇੰਟਰਵਿਊ ਨੂੰ ਐਗਜ਼ਿਟ ਇੰਟਰਵਿਊ ਕਿਹਾ ਜਾਂਦਾ ਹੈ। Exit interview is taken to find out the employee why the employee is leaving the company। Exit interview ਦੇ ਥਰੂ ਕੀ ਪਤਾ ਕਰਦੇ ਹਾਂ ਅਸੀਂ ਕਿ ਕੈਂਡੀਡੇਟ ਜਿਹੜਾ ਹੈ ਉਹ ਇਸ ਕੰਪਨੀ ਨੂੰ ਕਿਹੜੇ ਕਾਰਨਾਂ ਕਰਕੇ ਛੱਡ ਰਿਹਾ ਹੈ। Exit interviews are taken to create a good image of the company in the minds of the employee who are leaving the company। Exit interviews ਕਿਉਂ ਕੰਡਕਟ ਕੀਤੀਆਂ ਜਾਂਦੀਆਂ? ਇੱਕ ਆਪਣੇ ਕੰਪਨੀ ਦੀ ਹੀ ਬਹੁਤ ਅੱਛੀ ਇਮੇਜ ਜਿਹੜਾ EMPLOYEE ਛੱਡ ਰਿਹਾ ਜੌਬ ਨੂੰ, ਉਹਦੇ ਮਾਈਂਡ ਦੇ ਵਿੱਚ ਇੱਕ ਅੱਛੀ ਇਮੇਜ ਬਣਾਉਣ ਦੇ ਲਈ ਜਿਹੜਾ ਕਿ ਕੰਪਨੀ ਨੂੰ ਛੱਡ ਰਿਹਾ, ਇਹ ਵਾਲੀਆਂ ਐਗਜ਼ਿਟ ਇੰਟਰਵਿਊਜ਼ ਕੀਤੀਆਂ ਜਾਂਦੀਆਂ ਹਨ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਦੇ ਬਾਅਦ ਕਲਾਸੀਫਿਕੇਸ਼ਨ ਆਉਂਦੀ ਹੈ ਅਕੋਰਡਿੰਗ ਟੂ ਪਰਪਸ। ਕਈ ਇੰਟਰਵਿਊਜ਼ ਹੈ ਇੰਟਰਵਿਊਜ਼ ਹੈ ਜਿਹੜੀਆਂ ਵੈਰੀ ਗੁੱਡ ਮੈਡਮ, ਵੈਰੀ ਗੁੱਡ। ਜਿਹੜਾ ਤੁਸੀਂ ਐਗਜ਼ਿਟ ਇੰਟਰਵਿਊ ਦੀ ਗੱਲ ਕੀਤੀ ਇਹਦੇ ਉੱਤੇ ਦੋ ਸ਼ਬਦ ਮੈਂ ਬੋਲਣਾ ਚਾਹਾਂਗਾ। ਸੋ ਜਿਸ ਤਰ੍ਹਾਂ ਮੈਡਮ ਨੇ ਐਗਜ਼ਿਟ ਇੰਟਰਵਿਊ ਦਾ ਬੜਾ ਅੱਛਾ ਐਗਜ਼ਾਮਪਲ ਦਿੱਤਾ ਹੈ, ਤੇ ਦਿਸ ਇਜ਼ ਰਿਲੇਟਡ ਵਿਦ ਐਥਿਕਸ ਆਫ ਦਾ EMPLOYEE। ਕਿ ਇੱਕ EMPLOYER ਐਕਸਪੈਕਟ ਕਰਦਾ, ਤੁਹਾਨੂੰ ਪ੍ਰਗਿਆ ਜੀ ਦੱਸਣਗੇ, ਕਿਉਂਕਿ ਅੱਜ ਕੱਲ੍ਹ ਇੱਕ ਟ੍ਰੈਂਡ ਹੈ ਕਿ ਬੜੀ ਜਲਦੀ ਬੱਚੇ ਜੌਬ ਚੇਂਜ ਕਰਦੇ ਆ। ਜੇ ਖਾਸ ਕਰਕੇ IT ਇੰਡਸਟਰੀ ਦੇ ਵਿੱਚ ਬੱਚਾ 2 ਸਾਲ 2.5 ਸਾਲ 3 ਸਾਲ ਤੋਂ ਬਾਅਦ ਉਹਨੂੰ ਨੈਕਸਟ ਜੰਪ ਮਿਲ ਜਾਂਦਾ ਹੈ, ਨੈਕਸਟ ਹਾਈ ਸੈਲਰੀ ਮਿਲਦੀ ਹੈ, ਐਂਡ ਹੀ ਔਰ ਸ਼ੀ ਜੁਆਇਨਸ ਨਿਊ ਕੰਪਨੀ। ਸੋ ਉਹਦੇ ਵੀ ਇੱਕ ਐਥਿਕਸ ਹੁੰਦੇ ਆ। ਬੜਾ ਐਗਜ਼ਿਟ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਹਾਊ ਯੂ convey your feelings to your present employer, ਉਹਨੂੰ ਕਿਸ ਤਰ੍ਹਾਂ ਆਪਣੇ ambitions explain ਕਰਦੇ ਹੋ, ਉਹਦੇ ਨਾਲ ਬੈਠ ਕੇ ਆਪਣਾ ਰੀਜ਼ਨ ਕਈ ਰੀਜ਼ਨ ਹੋ ਸਕਦੇ ਆ ਤੁਹਾਡਾ ਐਗਜ਼ਿਟ ਕਰਨ ਦੇ। ਸੋ ਇਹਨੂੰ ਮੈਡਮ ਨੇ when an employee leaves a company, he is interviewed either by his immediate superior or by HRD manager। This interview is called an exit interview। HRD means human resources development ਦਾ ਇੱਕ separate department ਹੁੰਦਾ ਹੈ, ਜਿਹੜੇ ਕਿ ਇਸ concern ਦੇ ਹੁੰਦੇ, ਉਹ ਵੀ ਨਹੀਂ ਚਾਹੁੰਦੇ ਕਿ ਜਦੋਂ ਤੁਸੀਂ ਇੱਕ ਇੰਡਸਟਰੀ ਦੇ ਵਿੱਚ ਜੁਆਇਨ ਕਰਦੇ ਹੋ ਤੇ ਉਹ ਤੁਸੀਂ 2 ਸਾਲ ਕੰਮ ਕਰਕੇ ਸਾਲ ਕੰਮ ਕਰਕੇ ਉਹ ਤੁਹਾਨੂੰ ਇੰਡਸਟਰੀ ਸਿਖਾਉਂਦੀ ਵੀ ਹੈ, ਉੱਥੋਂ ਤੁਸੀਂ ਕਾਫੀ ਕੁਝ ਲਰਨ ਕਰਦੇ ਹੋ, ਉੱਥੋਂ ਅਰਨਿੰਗਸ ਹੁੰਦੀ ਹੈ। ਸੋ ਦੇ ਵਾਂਟ ਟੂ ਹੈਵ 1-to-1 ਟਾਕ ਵਿਦ ਯੂ ਕਿ ਤੁਹਾਨੂੰ ਵੀ ਕਿਉਂ ਤੁਸੀਂ ਛੱਡ ਰਹੇ ਹੋ, ਕਿ ਤੁਹਾਨੂੰ ਸੈਲਰੀ ਦੇ ਕਾਰਨ ਛੋੜ ਰਹੇ ਹੋ। ਸੋ ਦਿਸ ਨੈਗੋਸ਼ੀਏਸ਼ਨ ਇਜ਼ ਵੈਰੀ ਇੰਪੋਰਟੈਂਟ। ਜਿਵੇਂ ਕਹਿੰਦੇ ਆ ਕਿ ਕਿਸੇ ਨਾਲ ਤੋੜਨਾ ਵੀ ਹੋਏ ਰਿਲੇਸ਼ਨ ਤੇ ਉਹ ਬੜੇ ਤਰੀਕੇ ਨਾਲ ਤੋੜਨਾ ਚਾਹੀਦਾ ਤਾਂ ਕਿ ਬਾਅਦ ਦੇ ਵਿੱਚ ਤੁਸੀਂ ਉਹਦੇ ਨਾਲ ਮਿਲ ਵਰਤ ਸਕੋ। ਇਹ ਤੁਹਾਡਾ ਇਮੇਜ ਕਨਵੇ ਕਰਦਾ ਹੈ ਇੰਡਸਟਰੀ ਦੇ ਵਿੱਚ। ਜਿਹੜੀ ਇੰਡਸਟਰੀ ਤੁਸੀਂ ਜੁਆਇਨ ਕਰਨੀ ਹੈ ਉੱਥੇ ਵੀ ਇਮੇਜ ਕਨਵੇ ਕਰਦਾ ਹੈ, ਔਰ ਫਰਦਰ ਵੀ ਤੁਹਾਡਾ ਇੱਕ ਜਿਹੜਾ ਪ੍ਰੋਫੈਸ਼ਨਲ ਇਮੇਜ ਹੈ ਉਹ ਕਨਵੇ ਹੁੰਦਾ ਹੈ ਕਿ ਤੁਸੀਂ ਜਿੱਥੋਂ ਛੱਡ ਕੇ ਜਾਣਾ ਉੱਥੇ ਕੈਸੀ ਰੈਪਿਡ ਤੁਸੀਂ ਬਣਾ ਕੇ ਜਾਂਦੇ ਹੋ। ਸੋ ਇਹਦੇ ਬਾਰੇ ਮੈਂ ਚਾਹਾਂਗਾ ਕਿ ਪ੍ਰਗਿਆ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਸਰ ਵੈਸੇ ਤੇ ਸਾਰਾ ਕੁਝ ਤੁਸੀਂ ਕਵਰ ਕਰ ਦਿੱਤਾ ਵਾ। ਇਹੀ ਹੈ ਕਿ ਸਰ ਐਗਜ਼ਿਟ ਇੰਟਰਵਿਊ ਇਸੇ ਵਾਸਤੇ ਹੁੰਦੀ ਹੈ ਕਿ ਕੰਪਨੀ ਨੂੰ ਵੀ ਅੱਛੇ EMPLOYEES ਦੀ ਜ਼ਰੂਰਤ ਹੁੰਦੀ ਹੈ, ਔਰ ਡੈਫੀਨੇਟਲੀ EMPLOYEES ਨੂੰ ਵੀ ਅੱਛੀ ਕੰਪਨੀਜ਼ ਦੇ ਨਾਲ ਜੁੜਨ ਦੀ ਜ਼ਰੂਰਤ ਹੁੰਦੀ ਹੈ। ਸੋ ਸਮਟਾਈਮਸ ਹੁੰਦਾ ਹੈ ਕਿ ਐਗਜ਼ਿਟ ਇੰਟਰਵਿਊ ਜਿਹੜੀ ਹੈ ਉਹ ਇਸੇ ਕਰਕੇ ਰੱਖੀ ਜਾਂਦੀ ਹੈ ਕਿ ਹਾਂ ਜਿਹੜਾ ਇੱਕ ਅੱਛਾ ਸਾਡਾ ਅੱਗੇ EMPLOYEE ਹੈ ਉਹਨੂੰ ਅਸੀਂ ਰੋਕ ਸਕੀਏ। ਸੋ ਕੀ ਹੁੰਦਾ ਹੈ ਕਿ ਹਾਂ ਅਸੀਂ ਉਹਨੂੰ ਕਾਰਨ ਪੁੱਛਨੇ ਆ ਬੈਠ ਕੇ, ਅਸੀਂ ਕੀ ਹੈ, ਕੀ ਰੀਜ਼ਨ ਕੀ ਸੀ ਕਿ ਤੁਸੀਂ ਜਿਹੜਾ ਛੋੜ ਕੇ ਜਾਣਾ ਚਾਹੁੰਦੇ ਹੋ। ਸੋ ਬੇਸਿਕਲੀ ਇਹ ਐਗਜ਼ਿਟ ਇੰਟਰਵਿਊ ਇਸੇ ਵਾਸਤੇ ਹੁੰਦੀ ਹੈ ਕਿ ਜਾਂ ਤੇ ਉਹਨੂੰ ਰੋਕਣ ਵਾਸਤੇ ਹੁੰਦੀ ਹੈ, ਜਾਂ ਜਿਹੜੇ ਹੈ ਕਿ ਹਾਂ ਉਹਨਾਂ ਨੂੰ ਇੱਕ ਅੱਛੇ ਨੋਟ ਦੇ ਉੱਤੇ ਜਿਹੜਾ ਹੈ ਗੁੱਡ ਬਾਏ ਕਹਿਣ ਵਾਸਤੇ ਹੁੰਦੀ ਹੈ ਕਿ ਹਾਂ ਠੀਕ ਹੈ ਆਉਣ ਵਾਲੇ ਫਿਊਚਰ ਟਾਈਮ 'ਚ ਵੀ ਅਗਰ ਸਾਨੂੰ ਜ਼ਰੂਰਤ ਪਵੇ ਤੇ ਉਹ EMPLOYEE ਦੁਬਾਰਾ ਸਾਡੇ ਨਾਲ ਜੁੜ ਸਕਣ। ਸੋ ਬਾਕੀ ਤੁਸੀਂ ਰੈਸਟ ਕਵਰ ਕਰ ਦਿੱਤਾ ਹੈ ਸਰ, ਮੈਮ ਨੇ ਵੀ ਕਵਰ ਕਰ ਦਿੱਤਾ ਹੈ ਆਪਣੇ ਸਲਾਈਡ। Great. Thank you very much. So thank you Praveen।
ਸੋ ਇੱਕ ਗੱਲ ਜਿਵੇਂ ਜਿੰਨੇ ਹੁਣ ਸਾਡੇ ਐਕਸਪਰਟ ਨੇ ਤੁਹਾਨੂੰ ਦੱਸਿਆ ਸਾਰੇ ਬੱਚਿਆਂ ਨੂੰ, ਇਹਦੇ ਵਿੱਚ ਜਿਵੇਂ I2I ਕੰਟੈਕਟਸ ਦੇ ਬਾਰੇ ਦੱਸਿਆ, ਮਤਲਬ ਮੇਨ ਜਿਹੜਾ ਆਪਾਂ ਜ਼ੋਰ ਦਿੱਤਾ ਉਹ ਦਿੱਤਾ ਕਿ ਕੌਨਫੀਡੈਂਸ ਤੇ। ਹੁਣ ਇਹਦੇ ਵਾਸਤੇ ਮੈਂ ਈਵਨ I2I ਕੰਟੈਕਟ ਇਜ਼ ਸੋ ਸੈਂਸਿਟਿਵ ਕਿ ਤੁਸੀਂ ਉਹਦੇ ਨਾਲ ਰਿਲੇਸ਼ਨ ਮੇਨਟੇਨ ਕਰ ਰਹੇ ਹੋ, ਉਹਨੂੰ ਆਪਣਾ ਕੌਨਫੀਡੈਂਸ ਕਨਵੇ ਕਰ ਰਹੇ ਹੋ ਇੰਪਲਾਇਰ ਨੂੰ, ਐਂਡ ਸਾਈਡ ਬਾਏ ਸਾਈਡ ਉਹਦੇ 'ਚ ਐਰੋਗੈਂਸ ਨਹੀਂ ਹੈ। ਤੁਸੀਂ ਇਹ ਨਹੀਂ ਸ਼ੋਅ ਕਰ ਰਹੇ ਕਿ ਤੁਹਾਡੇ ਐਟੀਟਿਊਡ ਦੇ ਵਿੱਚ ਇਹ ਨਹੀਂ ਆ ਰਿਹਾ ਕਿ ਤੁਸੀਂ ਜੀ ਬਹੁਤ ਜ਼ਬਰਦਸਤ ਜਾਣਕਾਰੀ ਰੱਖਦੇ ਹੋ ਔਰ ਤੁਹਾਡੇ ਲਈ ਤੇ ਇਹ ਇੰਟਰਵਿਊ ਮਾਇਨੇ ਨਹੀਂ ਰੱਖਦੀ, ਇਹ ਜਿਹੜਾ ਇੰਪਲਾਇਰ ਹੈ ਮਾਇਨੇ ਨਹੀਂ ਰੱਖਦਾ, ਇੰਨੀ ਸੈਲਰੀ ਮਾਇਨੇ ਨਹੀਂ ਰੱਖਦੀ। ਸੋ ਇਹ ਚੀਜ਼ ਮੈਂ ਸਾਰੇ ਬੱਚੇ ਜਿੰਨੇ ਜੁੜੇ ਆ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ, ਇਹ ਚੀਜ਼ ਉਦੋਂ ਆਉਂਦੀ ਹੈ ਜਿਹਨੂੰ ਕਹਿੰਦੇ ਆ, ਆਪਾਂ ਇੱਕ ਕਹਾਵਤ ਸੁਣੀ ਹੈ ਕਿ ਅੱਧ ਜਲ ਗਗਰੀ ਛਲਕਤ ਜਾਏ। ਇਹ ਆਮ ਸੁਣਿਆ ਸੀ, ਆਮ ਕਹਾਵਤ ਦੇ ਵਿੱਚ ਸੁਣਿਆ ਕਿ ਅਧੂਰਾ ਗਿਆਨ ਜਿਹੜਾ ਹੈ ਉਹ ਜ਼ਿਆਦਾ ਖਿਲਰਦਾ। ਸੋ ਗਿਆਨ ਤੁਹਾਨੂੰ ਪੂਰਾ ਹੋਣਾ ਚਾਹੀਦਾ। ਜਦੋਂ ਤੁਹਾਨੂੰ ਗਿਆਨ ਪੂਰਾ ਹੈਗਾ, ਕਿਸੇ ਚੀਜ਼ ਦੀ ਨੌਲੇਜ ਪੂਰੀ ਹੈਗੀ ਹੈ, ਤੇ ਤੁਹਾਡਾ ਉਹ ਬਾਹਰ ਨਹੀਂ ਆਉਂਦਾ ਗਿਆਨ। ਤੁਸੀਂ ਬੜੇ ਸਬਰ ਦੇ ਨਾਲ ਆਪਣਾ ਗਿਆਨ ਐਕਸਪ੍ਰੈਸ ਕਰਦੇ ਹੋ ਔਰ ਇੱਕ ਅਭਿਮਾਨ ਨਹੀਂ ਆਉਂਦਾ ਗਿਆਨ ਦੇ ਨਾਲ। ਸੋ ਜਿਹੜੇ ਵੀ ਤੁਸੀਂ ਟ੍ਰੇਡਾਂ ਦੇ ਬੱਚੇ ਸਾਡੇ ਨਾਲ ਜੁੜੇ ਹੋ, ਇਸ ਲੈਕਚਰ ਨੂੰ ਸੁਣ ਰਹੇ ਹੋ, ਉਹਨਾਂ ਨੂੰ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਆਪਣਾ ਜਿੰਨਾ ਵੀ ਤੁਹਾਡਾ ਟੌਪਿਕ ਹੈ, ਜੋ ਸਿਲੇਬਸ ਹੈ, ਉਹਨੂੰ ਬੜੇ ਧਿਆਨ ਨਾਲ ਪੜ੍ਹੋ। ਉਸ ਇੰਨੇ ਐਕਸਪਰਟਸ ਵੱਲੋਂ ਸਿਲੇਬਸ ਬਣਾਇਆ ਜਾਂਦਾ ਹੈ ਕਿ ਉਹਦਾ ਮਾਇਨਾ ਰੱਖਦਾ ਹੈ। ਉਹ ਇੰਡਸਟਰੀ ਲਈ ਵੀ ਮਾਇਨੇ ਰੱਖਦਾ ਹੈ, ਤੁਹਾਡੇ ਲਈ ਵੀ ਮਾਇਨੇ ਰੱਖਦਾ ਹੈ, ਟੀਚਰ ਲਈ ਵੀ ਮਾਇਨੇ ਰੱਖਦਾ ਹੈ। ਉਹਦਾ ਪੂਰਾ ਗਿਆਨ ਲਓ। ਵੱਧ ਤੋਂ ਵੱਧ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਉਹਦੇ ਤੇ ਸਰਚ ਕਰਕੇ ਫਰਦਰ ਨੌਲੇਜ ਗ੍ਰਹਿਣ ਕਰੋ, ਹੋਰ ਕਿਤਾਬਾਂ ਵੀ ਪੜ੍ਹੋ, ਪ੍ਰੈਕਟੀਕਲ ਮੈਕਸਿਮਮ ਕਰੋ। ਸੋ ਜਿੰਨਾ ਤੁਹਾਨੂੰ ਗਿਆਨ ਹੋਏਗਾ ਉਨੀ ਹੀ ਤੁਸੀਂ ਇੰਟਰਵਿਊ ਬੜੇ ਅੱਛੀ ਤਰ੍ਹਾਂ ਫੇਸ ਕਰੋਗੇ ਔਰ ਇਸੇ ਦੇ ਨਾਲ ਤੁਸੀਂ ਆਪਣਾ ਕੰਮ ਧੰਦਾ ਜਿਹੜਾ ਹੈ, ਆਪਣਾ ਸੈਲਫ ਐਮਪਲੋਇਮੈਂਟ ਦੇ ਵੈਂਚਰਸ ਹੈ, ਉਹ ਵੀ ਸਟਾਰਟ ਕਰ ਸਕੋਗੇ। ਸੋ ਪ੍ਰਵੀਨ ਜੀ ਥੈਂਕ ਯੂ, ਤੁਸੀਂ ਆਪਣੀਆਂ ਸਲਾਈਡਸ ਖਤਮ ਕਰਕੇ ਹੈ ਨਾ, ਫਿਰ ਉਹ ਉਪਾਸਨਾ ਜੀ ਨੂੰ ਵੀ ਥੋੜਾ ਟਾਈਮ ਦੇਣਾ, ਤੇ ਜੇ ਪ੍ਰਗਿਆ ਜੀ ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਟਾਈਮ ਦੇਣਾ। ਫਿਰ ਬੱਚਿਆਂ ਦੇ ਕੁਐਸਚਨ ਆਨਸਰ ਵੀ ਜ਼ਰੂਰ 10-12 ਮਿੰਟ ਰੱਖ ਲੈਣਾ ਜਾਂ 8-10 ਮਿੰਟ। ਠੀਕ ਹੈ ਪ੍ਰਵੀਨ ਜੀ। ਜੀ ਸਰ, ਨੈਕਸਟ ਮੈਂ ਦੱਸਾਂਗੀ ਜਿਹੜੀਆਂ ਇੰਟਰਵਿਊਜ਼ ਆ ਉਹ ਪਰਪਸ ਦੇ ਬੇਸਡ ਵੀ ਹੁੰਦੀਆਂ ਕਿ ਅਸੀਂ ਕਿਸ ਪਰਪਸ ਨਾਲ ਇੰਟਰਵਿਊ ਲੈ ਰਹੇ ਹਾਂ। ਫਸਟ ਇੰਟਰਵਿਊ ਆਏਗੀ ਉਹਦੇ ਵਿੱਚ ਸਟ੍ਰੈਸ ਇੰਟਰਵਿਊ। ਸਟ੍ਰੈਸ ਇੰਟਰਵਿਊ ਦੇ ਵਿੱਚ ਕੀ ਹੁੰਦਾ, ਦਿਸ ਟਾਈਪ ਆਫ ਇੰਟਰਵਿਊ ਇਜ਼ ਰੇਅਰ ਇਨ ਪ੍ਰੈਜ਼ੈਂਟ ਜੌਬ ਸਿਨੈਰੀਓ। ਅੱਜ ਕੱਲ ਦੇ ਜੌਬ ਸਿਨੈਰੀਓ ਦੇ ਵਿੱਚ ਜਿਹੜੀ ਸਟ੍ਰੈਸ ਇੰਟਰਵਿਊ ਉਹ ਬਹੁਤ ਰੇਅਰ ਆ। it was very common interview method when selecting a sales position। ਜਦੋਂ ਇੱਕ ਸੇਲ ਪੋਜੀਸ਼ਨ ਨੂੰ ਮੇਨਟੇਨ ਕਰਨਾ ਹੁੰਦਾ ਸੀ, ਉਸ ਟਾਈਮ ਤੇ ਇਹ ਜਿਹੜੀਆਂ ਇਹੋ ਜਿਹੀਆਂ ਸਟ੍ਰੈਸ ਕਾਈਂਡ ਆਫ ਇੰਟਰਵਿਊਜ਼ ਲਈਆਂ ਜਾਂਦੀਆਂ ਸੀ। ਸਟ੍ਰੈਸ ਇੰਟਰਵਿਊ ਮੀਨਸ ਕੀ ਹੈ ਕਿ ਬੀਇੰਗ ਆਸਕਡ ਮੋਰ ਦੈਨ ਵਨ ਕੁਐਸਚਨ ਐਟ ਅ ਟਾਈਮ। ਇੱਕ ਸਮੇਂ ਦੇ ਉੱਤੇ ਕਾਫੀ ਸਾਰੇ ਕੁਐਸਚਨਸ ਪੁੱਟ ਕਰਨਾ, ਜਿਹਦੇ ਨਾਲ ਕਿ ਕੈਂਡੀਡੇਟ ਸੀ ਉਹ ਸਟ੍ਰੈਸਡ ਹੋ ਜਾਂਦਾ ਸੀ। being asked further question without being allowed adequate time to response। ਉਸਨੂੰ ਇੱਕ adequate time ਨਹੀਂ ਸੀ ਦਿੱਤਾ ਜਾਂਦਾ, ਕੋਈ ਮਤਲਬ ਟਾਈਮ ਨਹੀਂ ਸੀ ਦਿੱਤਾ ਜਾਂਦਾ ਆਪਣਾ ਆਨਸਰ ਦੇਣ ਦੇ ਲਈ, ਔਰ ਅਗਲਾ ਕੁਐਸਚਨ ਉਹਨੂੰ ਪੁੱਛ ਲਿਆ ਜਾਂਦਾ ਸੀ। The interviewer adopts a hostile behavior and deliberately puts the candidate on defensive by trying to annoy, embarrass and frustrate him। ਜਿਹੜਾ ਇੰਟਰਵਿਊ ਹੁੰਦਾ ਸੀਗਾ ਉਹਦੇ ਵੱਲੋਂ ਬੜਾ ਹੀ ਅਜੀਬ ਤਰੀਕੇ ਦਾ ਬਿਹੇਵ ਉਹਦੇ ਨਾਲ ਕੀਤਾ ਜਾਂਦਾ ਸੀ। ਅਪਮਾਨਜਨਕ ਉਸਨੂੰ ਸ਼ਬਦ ਬੋਲੇ ਜਾਂਦੇ ਸੀ ਤਾਂ ਕਿ ਕੈਂਡੀਡੇਟ ਜਿਹੜਾ ਹੈ ਅਨੋਏ ਹੋ ਸਕੇ, ਉਹ ਭੜਕ ਸਕੇ ਕਿਸੇ ਤਰੀਕੇ ਦੇ ਨਾਲ, ਉਸਨੂੰ ਫਰਸਟ੍ਰੇਟ ਕੀਤਾ ਜਾਂਦਾ ਸੀਗਾ ਸਟ੍ਰੈਸ ਇੰਟਰਵਿਊ ਦੇ ਵਿੱਚ। He asked question rapidly, criticize her answer, interrupts him or her frequently, makes derogatory remarks। ਉਹਦੇ ਨਾਲ ਕੀ ਹੁੰਦਾ ਸੀ, ਉਹਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਸੀ, ਖਿਜਾਇਆ ਜਾਂਦਾ ਸੀਗਾ EMPLOYEE ਨੂੰ, ਕੈਂਡੀਡੇਟ ਨੂੰ। ਉਹਦੇ ਆਨਸਰਾਂ ਦੇ ਵਿੱਚ ਉਹਨੂੰ ਇੰਟਰਰਪਟ ਕੀਤਾ ਜਾਂਦਾ ਸੀ ਤੇ ਉਸਨੂੰ ਜਿਹੜਾ ਅਪਮਾਨਜਨਕ ਡੈਰੋਗੇਟਰੀ ਰਿਮਾਰਕਸ ਦਿੱਤੇ ਜਾਂਦੇ ਸੀ ਗਲਤ ਲੈਂਗੁਏਜ ਯੂਜ਼ ਕਰਕੇ। ਹੈਵਿੰਗ ਹਿਜ਼ ਔਰ ਹਰ ਫੀਲਿੰਗਸ ਪ੍ਰੋਵੋਕ, ਜਿਸ ਨਾਲ ਕਿ ਉਹਦੀਆਂ ਫੀਲਿੰਗਸ ਜਿਹੜੀਆਂ ਸੀ ਪ੍ਰੋਵੋਕਡ ਮੀਨਸ ਭੜਕ ਜਾਂਦੀਆਂ ਸੀ, ਉਸਨੂੰ ਭੜਕਾਊ ਵਤੀਰਾ ਅਪਣਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਸਟ੍ਰੈਸ ਇੰਟਰਵਿਊ ਕਿਉਂ ਲਈ ਜਾਂਦੀ ਸੀ, ਉਸਦਾ ਇੱਕ ਬਹੁਤ ਮੇਨ ਰੀਜ਼ਨ ਸੀਗਾ, ਬਹੁਤ ਵੱਡਾ ਕਾਰਨ ਹੁੰਦਾ ਸੀ। The interview is an attempt to see how the candidate handles themselves under stress। ਕਿ ਇੰਨੀ ਸਟ੍ਰੈਸ ਦੇ ਅੰਡਰ, ਇੰਨੀ ਸਟ੍ਰੈਸ ਲੈਣ ਦੇ ਬਾਵਜੂਦ ਵੀ ਇੱਕ EMPLOYEE, ਇੱਕ ਕੈਂਡੀਡੇਟ ਜਿਹੜਾ ਹੈ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਂਡਲ ਕਰਦਾ ਹੈ। So the interviewer deliberately assumes a sarcastic, argumentative position। ਤਾਂ ਜਿਹੜਾ ਇੰਟਰਵਿਊਅਰ ਹੁੰਦਾ ਸੀ ਆਪਣੇ ਆਪ ਨੂੰ deliberately means ਕਿ ਜਾਣ ਬੁੱਝ ਕੇ assume a sarcastic, ਇੱਕ ਵਿਅੰਗਾਤਮਕ ਉੱਥੇ ਕੰਡੀਸ਼ਨ ਕਰ ਦਿੰਦਾ ਸੀ ਕ੍ਰੀਏਟ, ਜਿਹਦੇ ਨਾਲ ਕਿ ਉਹਦੇ ਨਾਲ ਜਿਹੜਾ ਕੈਂਡੀਡੇਟ ਹੁੰਦਾ ਹੈ ਉਹਦੇ ਨਾਲ ਇੱਕ argumentative means ਉਹਦੇ ਨਾਲ ਕਾਫੀ ਬਹਿਸਬਾਜ਼ੀ ਜੇ ਸ਼ੁਰੂ ਕਰ ਦਿੰਦੇ ਸੀਗੇ। The trick for the interview
interviewee is to remain calm under such situation. ਇੰਟਰਵਿਊ ਕੀ ਦੇਖਣਾ ਚਾਹੁੰਦੇ ਸੀ ਇਹ ਟ੍ਰਿਕ ਕਰਕੇ ਕਿ ਕੀ ਉਹ ਜਿਹੜਾ ਕੈਂਡੀਡੇਟ ਆ ਆਪਣੇ ਆਪ ਨੂੰ ਕਾਮ ਰੱਖ ਸਕਦਾ ਇਹੋ ਜਿਹੀ ਸਿਚੁਏਸ਼ਨਸ ਦੇ ਵਿੱਚ ਵੀ, ਜਿਸ ਤਰ੍ਹਾਂ ਅਸੀਂ ਉਹਨੂੰ ਭੜਕਾਉਂਦੇ ਆ ਜਾਂ ਗਲਤ ਵਰਡਸ ਬੋਲ ਸਕਦੇ ਆ। ਸੋ ਇਸ ਕਰਕੇ ਇੰਟਰਵਿਊ ਜਿਹੜੀ ਆ ਉਹ ਸਟ੍ਰੈਸ ਇੰਟਰਵਿਊ ਲਈ ਜਾਂਦੀ ਸੀ। ਇਸ ਤੋਂ ਬਾਅਦ ਵਿੱਚ ਅਸੀਂ ਲਾਸਟ ਤੇ ਗੱਲ ਕਰਦੇ ਆ ਟੈਕਨੀਕਲ ਇੰਟਰਵਿਊ ਸੀ। ਟੈਕਨੀਕਲ ਇੰਟਰਵਿਊ ਜਿਹੜੀ ਹੈ this is a kind of interview focus on problem solving and creativity। ਜਿਹੜੀ ਇਹ ਇੰਟਰਵਿਊ ਹੈ ਇਸ ਦੇ ਵਿੱਚ ਫੋਕਸ ਕੀਤਾ ਜਾਂਦਾ ਸੀ ਕੈਂਡੀਡੇਟ ਦੀ ਪ੍ਰੋਬਲਮਸ ਨੂੰ ਔਰ ਉਸ ਪ੍ਰੋਬਲਮ ਨੂੰ ਸੋਲਵ ਕਰਨ ਦਾ ਔਰ ਉਹਦੀ ਕ੍ਰੀਏਟੀਵਿਟੀ ਨੂੰ ਵਧਾਉਣ ਦਾ। The questions aim at your problem solving skills and likely shows your ability and creativity। ਜਿਹੜੇ ਕੁਐਸਚਨ ਉਹਨਾਂ ਦੇ ਉਹ ਕੀਤੇ ਜਾਂਦੇ ਸੀ ਉਹਨਾਂ ਦਾ ਏਮ ਕੀ ਹੁੰਦਾ ਸੀ ਤੁਹਾਡੀ ਪ੍ਰੋਬਲਮ ਨੂੰ, ਕੈਂਡੀਡੇਟ ਦੀ ਪ੍ਰੋਬਲਮ ਨੂੰ ਸੋਲਵ ਕਰਨਾ, ਉਸਦੇ ਐਬਿਲਿਟੀਜ਼ ਨੂੰ, ਯੋਗਤਾਵਾਂ ਨੂੰ ਹਾਈਲਾਈਟ ਕਰਨਾ ਔਰ ਉਹਦੀਆਂ ਕ੍ਰੀਏਟੀਵਿਟੀਜ਼ ਨੂੰ ਦੇਖਣਾ। So sometimes these interviews will on a computer module with multiple choice question। ਇਹੋ ਜਿਹੀਆਂ ਇੰਟਰਵਿਊਜ਼ ਕਈ ਵਾਰੀ ਕੰਪਿਊਟਰਾਈਜ਼ਡ ਕੰਡਕਟ ਕੀਤੀਆਂ ਜਾਂਦੀਆਂ ਸੀਗੀਆਂ ਉਹਨਾਂ ਨੂੰ ਮਲਟੀਪਲ ਚੋਇਸ ਕੁਐਸਚਨਸ ਦਾ ਮੋਡਿਊਲ ਦੇ ਕੇ। ਸੋ ਕੈਂਡੀਡੇਟ ਜਿਹੜੇ ਸੀ ਉਹਨਾਂ ਨੂੰ ਆਨਲਾਈਨ ਇੰਟਰਵਿਊ ਜਾਂ ਫਿਰ ਕੰਪਿਊਟਰਸ ਦੇ ਮੋਡਿਊਲ ਕੇ ਇੰਟਰਵਿਊ ਕੀਤਾ ਜਾਂਦਾ ਸੀ। ਇਸ ਸੀ ਟੈਕਨੀਕਲ ਇੰਟਰਵਿਊ। ਸੋ ਨੈਕਸਟ ਮੈਂ ਓਵਰ ਕਰਦੀ ਹਾਂ ਟੂ ਮਿਸਿਸ ਉਪਾਸਨਾ ਮੈਮ। Yes. Hello. Good afternoon, all of you. ਅੱਗੇ ਹੈ ਜੌਬ ਇੰਟਰਵਿਊ ਟਿਪਸ। ਜਿਸ ਤਰ੍ਹਾਂ ਕਿ ਮਨਿੰਦਰ ਮੈਮ ਨੇ ਦੱਸਿਆ ਕਿ CV ਪ੍ਰੋਸੀਡ ਕਰਨਾ ਹੈ ਔਰ ਤੁਸੀਂ ਇੰਟਰਵਿਊ ਤੇ ਕਿਵੇਂ ਜਾਣਾ ਹੈ। ਤੇ ਅੱਗੇ ਹੈ ਕਿ ਜੌਬ ਇੰਟਰਵਿਊਜ਼ ਦੇ ਟਿਪਸ ਦੇ ਲਈ ਕਿ ਤੁਸੀਂ ਇੰਟਰਵਿਊ ਦੇ ਵਿੱਚ ਜਾਣਾ ਹੈ ਉਹਦੇ ਲਈ ਤੁਹਾਨੂੰ ਕੀ ਹੋਣਾ ਚਾਹੀਦਾ, ਤੁਹਾਡੇ ਕੱਪੜੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ, ਤੁਹਾਡੀ ਲੁੱਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਤੁਹਾਡੀ ਜੁਐਲਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਤੁਹਾਡਾ ਐਟੀਟਿਊਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਸ ਦੇ ਲਈ ਜੌਬ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਅਸੀਂ ਸੋਚਣਾ ਪਏਗਾ ਸਾਨੂੰ। ਜਿਸ ਤਰ੍ਹਾਂ ਸਾਡੇ ਕੱਪੜੇ ਹੈ ਉਹ ਵਾਸ਼ੇਬਲ ਹੋਣ, ਪ੍ਰੈਸਿੰਗ ਹੋਣ, ਅੱਛੇ ਹੋਣ। ਅਗਰ ਲੇਡੀਜ਼ ਹੈ ਤਾਂ ਉਹਦਾ ਸੂਟ ਜਾਂ ਉਹਦਾ ਜੋ ਵੀ ਉਸਨੇ ਵੀਅਰ ਕੀਤਾ ਹੈ ਉਹਦਾ ਕੋਸਟਿਊਮ ਬਹੁਤ ਹੀ ਅੱਛਾ ਹੋਵੇ ਔਰ ਭੜਕੀਲਾ ਨਾ ਹੋਵੇ, ਬੁਰਾ ਨਾ ਲੱਗੇ ਦੇਖਣ ਦੇ ਵਿੱਚ, ਉਹ ਈਜ਼ੀ ਫੀਲ ਕਰੇ। ਤੇ ਚਾਹੇ ਲੇਡੀਜ਼ ਹੈ ਚਾਹੇ ਬॉयਜ਼ ਹੈ ਤੇ ਉਹ ਆਪਣੇ ਸ਼ੂਜ਼ ਉਹਦੇ ਕਲੀਨ ਹੋਣ, ਪੋਲਿਸ਼ਿੰਗ ਕੀਤੀ ਹੋਵੇ। ਤੇ ਲੇਡੀਜ਼ ਕਈ ਵਾਰ ਗਰਲਸ ਕਹਿੰਦੇ ਨੇ ਹੈਂਗਿੰਗ ਵਾਲੇ ਈਅਰਿੰਗਸ ਪਹਿਨ ਲੈਂਦੀਆਂ ਨੇ, ਅਸੈਸਰੀ ਜ਼ਿਆਦਾ ਪਹਿਨ ਲੈਂਦੀਆਂ ਨੇ। ਇਸ ਤਰ੍ਹਾਂ ਦਾ ਨਾ ਹੋਵੇ, ਉਹਨਾਂ ਦਾ ਪਰਸ ਭੜਕੀਲਾ ਜਿਹਾ ਨਾ ਹੋਵੇ ਤਾਂ ਕਿ ਜਿਹੜਾ ਇੰਟਰਵਿਊਅਰ ਹੈ ਉਹਨੂੰ ਪਤਾ ਲੱਗੇ ਕਿ ਕਿੱਥੇ ਇਹ ਆ ਗਈ ਹੈ ਨਾ। ਵੀ ਪਾਰਟੀ ਵੀਅਰ ਨਾ ਲੱਗੇ, ਇੰਟਰਵਿਊ ਆਫਿਸ ਦਾ ਲੱਗੇ ਕਿ ਆਫਿਸ 'ਚ ਜਾ ਰਹੇ ਹੋ ਤੁਸੀਂ। ਤੇ ਫਿਰ ਆ ਜਾਂਦਾ ਹੈ ਕਿ ਤੁਹਾਨੂੰ ਤੁਹਾਡੀ ਕਨਵਰਸੇਸ਼ਨ ਅੱਛੀ ਹੋਣੀ ਚਾਹੀਦੀ ਹੈ। ਉਸ ਤੋਂ ਅੱਗੇ ਹੈ ਆਲਵੇਜ਼ ALF ਇੱਕ ਨਿਯਮ ਹੈ ਸਾਡਾ ਕਿ ਆਲਵੇਜ਼ ਲਿਸਨ ਫਸਟ। ਜਦੋਂ ਵੀ ਤੁਸੀਂ ਜਾਂਦੇ ਹੋ, ਜੋ ਬੌਸ ਹੈ ਜਾਂ ਜੋ ਤੁਹਾਡੇ ਟੀਮ ਵਰਕ ਹੈ ਜਿੱਥੇ ਤੁਸੀਂ ਇੰਟਰਵਿਊ ਦੇਣੀ ਹੈ, ਉਹ ਆਫਿਸਰ ਸਾਹਿਬਾਨ ਦੀ ਸਭ ਤੋਂ ਪਹਿਲਾਂ ਤੁਸੀਂ ਸੁਣਨੀ ਹੈ ਕਿ ਤੁਸੀਂ ਉਹ ਕੀ ਕਹਿ ਰਹੇ ਹੈ। ਦੂਸਰਾ, ਤੁਹਾਡਾ ਆਈ ਕੰਟੈਕਟ ਉਸਦੇ ਨਾਲ ਪ੍ਰੋਪਰ ਹੋਵੇ, ਤੁਸੀਂ ਈਜ਼ੀਲੀ ਬੈਠ ਸਕੋ, ਉਸਦੀ ਗੱਲ ਤੁਸੀਂ ਆਰਾਮ ਨਾਲ ਸੁਣ ਸਕੋ। ਇਸ ਤਰ੍ਹਾਂ ਨਾ ਹੋਵੇ ਕਿ ਉਹ ਕੁਐਸਚਨ ਪੁੱਛ ਰਿਹਾ ਹੋਇਆ ਤੁਸੀਂ ਉਸਨੂੰ ਇੰਟਰਪਟ ਕਰ ਦਿਓ। ਮੇਨਟੇਨ ਗੁੱਡ ਆਈ ਕੰਟੈਕਟ, ਲਿਸਨ ਕਲੀਅਰਲੀ to the question being asked and make sure your answer is relevant। ਥੋੜਾ relevant ਹੋਣਾ ਚਾਹੀਦਾ ਹੈ, ਯਾਨੀ ਕਿ ਉਹਦੇ ਨਾਲ ਤਾਲਮੇਲ ਹੋਣਾ ਚਾਹੀਦਾ ਤੁਹਾਡੇ ਕੁਐਸਚਨ ਨਾਲ, ਜੋ ਵੀ ਉਹ ਤੁਹਾਨੂੰ ਪੁੱਛੇ। if you don't know or are unsure the answer be honest। ਅਗਰ ਤੁਹਾਨੂੰ ਕੁਐਸਚਨ ਨਹੀਂ ਪਤਾ ਤੁਸੀਂ ਉਸਨੂੰ ਇਮਾਨਦਾਰੀ ਨਾਲ ਕਹਿ ਦਿਓ, ਸਰ ਪਲੀਜ਼ ਨਹੀਂ ਮੈਨੂੰ ਆਉਂਦਾ ਹੈਗਾ। ਪਰ ਇਹ ਨਹੀਂ ਕਿ ਉਹਨੂੰ ਗੱਲਾਂ ਕਹਾਣੀਆਂ ਜਿਹੀਆਂ ਬਣਾਉਣਾ ਸ਼ੁਰੂ ਉੱਥੇ ਕਰ ਦਿਓ। ਇਸ ਤਰ੍ਹਾਂ ਦਾ ਕੁਛ ਨਹੀਂ ਹੋਣਾ ਚਾਹੀਦਾ। ਤੁਹਾਨੂੰ ਆਪਣੇ ਕੁਐਸਚਨ ਬਾਰੇ, ਆਪਣੀ ਚੀਜ਼ ਬਾਰੇ ਇਮਾਨਦਾਰੀ ਵਰਤਣੀ ਚਾਹੀਦੀ ਹੈ। the answer be honest and turn about। ਅੱਗੇ ਹੈ ਕਿ ਪੋਜ਼ਿਟਿਵ ਬਾਡੀ ਲੈਂਗੁਏਜ। ਜਦੋਂ ਤੁਸੀਂ ਇੰਟਰਵਿਊ ਦੇ ਲਈ ਜਾ ਰਹੇ ਹੋ, ਜਿਸ ਰੂਮ ਦੇ ਵਿੱਚ ਤੁਹਾਡੀ ਇੰਟਰਵਿਊ ਹੈ, ਤੁਸੀਂ ਉੱਥੇ ਐਂਟਰੈਂਸ ਕੀਤੀ ਤਾਂ ਤੁਹਾਡੀ ਐਂਟਰੈਂਸ ਪੋਜ਼ਿਟਿਵ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੁਹਾਡੀ ਬਾਡੀ ਲੈਂਗੁਏਜ, ਤੁਹਾਡੇ ਹੱਥ ਪੈਰ ਕਿਤੇ ਹੋਰ ਚੱਲਦੇ ਹੋਣ, ਤੁਹਾਡੀ ਬਾਡੀ ਪੋਸਚਰ ਵਧੀਆ ਨਾ ਹੋਵੇ, ਤੁਸੀਂ ਅੱਛੇ ਤਰੀਕੇ ਨਾਲ ਖੜੇ ਹੋਵੋ। ਤੇ ਕਿਉਂਕਿ ਇੰਟਰਵਿਊ 'ਤੇ ਜਦੋਂ ਵੀ ਤੁਸੀਂ ਇੰਟਰਵਿਊ 'ਤੇ ਜਾਂਦੇ ਹੋ ਤਾਂ ਜੋ ਉੱਥੇ ਇੰਟਰਵਿਊ ਕੰਡਕਟ ਕਰਦੇ ਨੇ ਉਹ ਸਾਰੀ ਚੀਜ਼ਾਂ ਪੁਆਇੰਟਸ ਨੂੰ ਨੋਟ ਕਰਦੇ ਨੇ। ਤੁਹਾਡਾ ਰਿਦਮ ਮਤਲਬ ਕੋਈ ਮਿਊਜ਼ਿਕ ਨਹੀਂ ਹੈ। ਰਿਦਮ ਮਤਲਬ ਕਿ ਤੁਹਾਡੀ ਬਾਡੀ ਲੈਂਗੁਏਜ, ਤੁਹਾਡੀ ਫਾਈਲ, ਤੁਹਾਡਾ ਜੋ ਵੀ ਤੁਸੀਂ ਲੈ ਕੇ ਜਾਂਦੇ ਹੋ ਉਹ ਬਿਲਕੁਲ ਠੀਕ ਹੋਵੇ। ਫਿਰ ਰਿਲੈਕਸ
ਸਮਾਈਲਿੰਗ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੁਸੀਂ ਜਿਸ ਤਰ੍ਹਾਂ ਪਾਰਟੀ 'ਚ ਆਪਾਂ ਫਰੈਂਡਸ ਵਿੱਚ ਹੱਸਦੇ ਹਾਂ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਫੇਸ ਸਮਾਈਲਿੰਗ ਹੋਣਾ ਜ਼ਰੂਰੀ ਹੈ ਅਤੇ ਡਾਇਰੈਕਟ ਆਈ ਕੰਟੈਕਟ ਹੋਣਾ ਚਾਹੀਦਾ ਕਿ ਜੋ ਵੀ ਆਫਿਸਰ ਤੁਹਾਡੇ ਇੰਟਰਵਿਊਜ਼ ਲੈ ਰਹੇ ਨੇ ਉਹਨਾਂ ਨਾਲ ਤੁਸੀਂ ਆਈ ਕੰਟੈਕਟ ਕਰ ਸਕੋ ਅਤੇ ਉਹਨਾਂ ਨੂੰ ਇਹ ਨਾ ਲੱਗੇ ਕਿ ਤੁਸੀਂ ਉਹਨਾਂ 'ਚ ਇੰਟਰਸਟ ਨਹੀਂ ਲੈ ਰਹੇ, ਕਿਉਂਕਿ ਜੋ ਕੁਐਸਚਨ ਪੁੱਛ ਰਹੇ ਨੇ ਤੁਹਾਨੂੰ ਉਹਨਾਂ ਦੇ ਵਿੱਚ ਆਪਣੀ ਜੋਬ ਦੇ ਪ੍ਰਤੀ ਤੁਸੀਂ ਤਹਿ ਦਿਲ ਤੇ ਅੰਦਰ ਤੋਂ ਪਿਆਰ ਨਹੀਂ ਹੋ। ਸਟ੍ਰੇਟ ਪੋਸਚਰ ਹੋਣਾ ਚਾਹੀਦਾ ਹੈ ਤੁਹਾਡਾ, ਬਿਲਕੁਲ ਸਿੱਧਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਈ ਵਾਰ ਬੱਚੇ ਲੈਗ ਦੇ ਉੱਪਰ ਲੈਗ ਰੱਖ ਕੇ ਬੈਠ ਜਾਂਦੇ ਨੇ, ਇਸ ਤਰ੍ਹਾਂ ਸਟ੍ਰੇਟ ਪੈਰ ਬਿਲਕੁਲ ਜ਼ਮੀਨ ਦੇ ਨਾਲ ਲੱਗੇ ਹੋਣੇ ਚਾਹੀਦੇ ਨੇ ਤੁਹਾਡੇ, ਅਤੇ ਫਿਰ ਆਰਾਮ ਨਾਲ ਬੈਠਣਾ ਚਾਹੀਦਾ ਹੈ, ਹੱਥ ਪੈਰ ਜ਼ਿਆਦਾ ਨਹੀਂ ਮਾਰਨੇ ਚਾਹੀਦੇ। ਅਤੇ ਇਹ ਵੀ ਹੋਇਆ ਕਈ ਵਾਰ ਤੁਹਾਨੂੰ ਬਹੁਤ ਲਾਈਟਲੀ ਤੁਸੀਂ ਉਸਨੂੰ ਸ਼ੋਅ ਕਰ ਸਕਦੇ ਹੋ। ਅਤੇ ਫਰੇਮ ਹੈਂਡਸ਼ੇਕ, ਤੁਸੀਂ ਉਸਨੂੰ ਜਦੋਂ ਵੀ ਹੈਂਡਸ਼ੇਕ ਕਰਨਾ, ਹੱਥ ਮਿਲਾਉਣਾ ਹੈ ਤਾਂ ਤੁਹਾਡੇ ਹੱਥ ਗਿੱਲੇ ਨਹੀਂ ਹੋਣੇ ਚਾਹੀਦੇ, ਲਾਈਨਿੰਗ ਸਲਾਈਟਲੀ ਫਾਰਵਰਡ ਹੋਣੇ ਚਾਹੀਦੇ ਹੈ, ਯੂਜ਼ ਹੈਂਡ ਮੂਵਮੈਂਟ ਹੋਣੀ ਚਾਹੀਦੀ ਹੈ, ਫੀਟ ਫਲੈਟ ਔਨ ਦਾ ਫਲੋਰ, ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਪੈਰ ਆਰਾਮ ਨਾਲ ਧਰਤੀ ਨਾਲ ਲੱਗੇ ਹੋਣੇ ਚਾਹੀਦੇ ਨੇ। ਨੈਕਸਟ ਪ੍ਰੋਫੈਸ਼ਨਲ। ਹਾਂ ਯੈਸ ਸਰ। ਵੈਰੀ ਗੁੱਡ। ਮੈਂ ਕਿਹਾ ਤੁਸੀਂ ਇਹ ਸਾਰੀਆਂ ਚੀਜ਼ਾਂ ਬਰੀਫ ਕਰਤੀਆਂ। ਹੁਣ ਆਪਣੇ ਕੋਲ ਟਾਈਮ ਥੋੜਾ ਘੱਟ ਰਹਿ ਗਿਆ। ਉਪਾਸਨਾ ਜੀ, ਇੱਕ ਤਾਂ ਤੁਸੀਂ ਇੱਕ 2 ਮਿੰਟ ਦੇ ਵਿੱਚ ਦੱਸੋ ਕਿ ਤੁਹਾਡੇ ਬੱਚੇ ਮੈਥ ਦੇ ਕਿੱਥੇ ਕਿੱਥੇ ਪਲੇਸ ਹੋ ਗਏ ਆ, ਤੇ ਦੂਸਰਾ ਹੁਣ ਮਨਿੰਦਰ ਮੈਡਮ ਨੂੰ ਮੈਂ ਕਹਾਂਗਾ ਤੁਸੀਂ ਹੁਣ ਕੁਐਸਚਨ ਆਨਸਰ ਦਿਓ ਬੱਚਿਆਂ ਤੋਂ, ਫਿਰ ਟਾਈਮ ਨਹੀਂ ਰਹਿਣਾ ਕਿ ਬੱਚੇ ਕੁਝ ਪੁੱਛਣਾ ਚਾਹਣਗੇ ਤੁਹਾਨੂੰ। ਉਸ ਤੋਂ ਪਹਿਲਾਂ ਤੁਸੀਂ ਸਟਾਰਟ 'ਚ ਦੱਸੋ ਕਿ ਬੱਚੇ ਕਿੱਥੇ ਕਿੱਥੇ ਤੁਹਾਡੇ ਪਲੇਸ ਹੋ ਗਏ। ਹਾਂਜੀ, ਜਿਸ ਤਰ੍ਹਾਂ ਕਿ ਮੈਂ ਸਾਰੇ ਪੰਜਾਬ ਦੀ ਹੀ ਗੱਲ ਕਰਨਾ ਚਾਹਾਂਗੀ। ਜੋ ਸਾਡੇ ਸਿਵਿੰਗ ਟੈਕਨੋਲੋਜੀ ਨਾਲ ਟ੍ਰੇਡ ਨਾਲ ਰਿਲੇਟਡ ਹੈ, SOT ਨਾਲ ਰਿਲੇਟਡ ਹੈਗੇ ਆ, ਜਾਂ ਬੁਟੀਕ ਨਾਲ ਰਿਲੇਟਡ, ਬਿਊਟੀ ਪਾਰਲਰ ਨਾਲ ਰਿਲੇਟਡ ਬੱਚੇ ਹੈਗੇ ਆ, ਕੋਪਾ ਨਾਲ ਰਿਲੇਟਡ ਬੱਚੇ ਹੈ, ਉਹ ਸਾਰੇ ਹੀ ਬੱਚੇ ਸਾਡੇ ਵੈਲ ਪਲੇਸਡ ਹੁੰਦੇ ਨੇ। ਅਤੇ ਸਾਡੇ ਬੱਚੇ ਬੁਟੀਕ ਵਗੈਰਾ ਜ਼ਿਆਦਾ ਖੋਲ੍ਹਣਾ ਪਸੰਦ ਕਰਦੇ ਆ, ਸੈਲਫ ਇੰਪਲੋਇਮੈਂਟ ਲੈਣਾ ਜ਼ਿਆਦਾ ਪਸੰਦ ਕਰਦੇ ਨੇ। ਮੇਰੇ ਹੀ ਪੜ੍ਹਾਏ ਹੋਏ ਬੱਚੇ, ਇੱਕ ਮੈਮ ਹੈ ਸਾਡੇ ITI ਰਾਜਪੁਰਾ ਦੇ ਵਿੱਚ, ਉਹ ਇੰਸਟਰਕਟਰ ਹੈ ਸਾਡੇ ਮੇਰੇ। ਮੈਂ ਖੁਦ ਹੀ ਕਿਸੇ ਦੀ ਪੜ੍ਹਾਈ ITI ਤੋਂ ਅੱਜ ਤੁਹਾਡੇ ਸਾਹਮਣੇ ਇੰਸਟਰਕਟਰ ਐਜ਼ ਏ ਇੰਸਟਰਕਟਰ ਦੇ ਰਹੀ ਹਾਂ ਲੈਕਚਰ। ਅਤੇ ਮੈਂ ITI 'ਚ ਹੀ ਪੜ੍ਹੀ ਹਾਂ। ਮੇਰੇ ਨਾਲ ਦੇ ਕਈ ਮੇਰੇ ਕਲੀਗਸ ਹੈ ITI 'ਚ ਪੜ੍ਹੇ ਹੋਏ ਨੇ। ਮੇਰੇ ਇੱਕ ਸਟੂਡੈਂਟ ਹੈ, ਮੈਂ ਪਹਿਲਾਂ ਵੀ ਪਿੱਛੇ ਦੱਸਿਆ ਸੀ ਅੱਜ, ਕਿ ਉਹ ਫਿਲਮਾਂ ਦੇ ਵਿੱਚ ਡਰੈਸ ਡਿਜ਼ਾਇਨਿੰਗ ਦਾ ਕੰਮ ਕਰਦੀ ਹੈ, ਔਰ ਉਸਨੇ ਬੜੀਆਂ ਏਕਮ ਵਰਗੀਆਂ ਪੰਜਾਬੀ ਪਿਕਚਰਾਂ ਦੇ ਵਿੱਚ ਉਹਦਾ ਹੈ। ਸੰਦੀਪ ਰਾਣਾ, ਤੁਸੀਂ ਸਰਚ ਕਰਕੇ ਦੇਖ ਸਕਦੇ ਹੋ, ਉਹਦੀ ਪ੍ਰੋਫਾਈਲ ਤੁਹਾਨੂੰ ਮਿਲ ਜਾਏਗੀ। ਅਤੇ ਮੇਰੇ ਇੱਕ ਸਟੂਡੈਂਟ ਹੈ ਫੋਰ ਬੁਟੀਕ, ਸਨੀ ਇਨਕਲੇਵ ਮੋਹਾਲੀ ਦੇ ਵਿੱਚ ਹੈ, ਉਹਦਾ ਆਲਰੇਡੀ ਬਹੁਤ ਹੀ ਫੇਮਸ ਬੁਟੀਕ ਹੈ ਉਸਦਾ, ਅਤੇ ਉੱਥੇ ਉਹ ਪਲੇਸ ਨੇ। ਸਾਡੇ ਬੱਚੇ ਤਕਰੀਬਨ ਜ਼ਿਆਦਾਤਰ ਸੈਲਫ ਇੰਪਲਾਇਡ ਹੁੰਦੇ ਨੇ, ਉਹ ਹੋਰਾਂ ਨੂੰ ਵੀ ਰੁਜ਼ਗਾਰ ਦਿੰਦੇ ਨੇ, ਕਿਉਂਕਿ ਸੈਲਫ ਇੰਪਲਾਇਮੈਂਟ ਨੂੰ ਜ਼ਿਆਦਾ ਅਸੀਂ ਪ੍ਰਮੋਟ ਇਸ ਲਈ ਵੀ ਕਰਦੇ ਨੇ ਕਿਉਂਕਿ ਲੜਕੀਆਂ ਨੂੰ ਕਈ ਸੋਚਦੇ ਨੇ ਕਿ ਸ਼ਾਦੀ ਹੋ ਜਾਏਗੀ, ਅਲੱਗ ਘਰ ਚਲੇਗੀ। ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ, ਕਿ ਜਦੋਂ ਜੋ ਬੰਦੇ ਦਾ ਏਮ ਹੈ, ਟੀਚਾ ਹੈ, ਇਹ ਲਾਈਫ ਟਾਈਮ ਰਹਿੰਦਾ ਹੈ। ਇਸ ਦਾ ਸ਼ਾਦੀ ਨਾਲ ਜਾਂ ਨਹੀਂ ਨਾਲ ਕੋਈ ਹੋਰ ਕੰਟੈਕਟ ਨਹੀਂ ਹੈ। ਲੜਕੀਆਂ ਆਪਣੇ ਪੈਰਾਂ ਤੇ ਆਪ ਖੜੀਆਂ ਹੋਣ, ਆਪ ਵੀ ਜੋਬ ਕਰਨ, ਹੋਰਾਂ ਨੂੰ ਵੀ ਜੋਬ ਦਿੰਦੀਆਂ ਨੇ। ਬਹੁਤ ਵੱਡੀ ਓਪਰਚੁਨਿਟੀ ਹੈ, ਬਹੁਤ ਲਾਰਜ ਸਕੇਲ ਦੇ ਵਿੱਚ ਹੈ। ਅਗਰ ਤੁਹਾਨੂੰ ਯਾਦ ਹੋਏਗਾ, ਜਦੋਂ ਮੋਦੀ ਸਰਕਾਰ ਪਿੱਛੇ ਆਈ ਸੀ 2012 ਦੇ ਵਿੱਚ, ਤਾਂ ਉਹਨਾਂ ਨੇ ਸਕਿੱਲ ਇੰਡੀਆ ਨੂੰ ਪ੍ਰਮੋਟ ਕੀਤਾ ਸੀ। ਉਹਦੇ ਵਿੱਚ ITI ਮੋਰਿੰਡਾ ਦੀ ਲੜਕੀ ਸੀਗੀ ਕੁਲਦੀਪ ਕੌਰ, ਉਸ ਨੂੰ ਸਕਿੱਲ ਦੇ ਤਹਿਤ ਉਸਨੂੰ ਨੋਮੀਨੇਟ ਕੀਤਾ ਗਿਆ ਸੀ। ਉਸ ਲੜਕੀ ਦੀ ਟਰਨਓਵਰ 1 ਕਰੋੜ ਤੋਂ ਉੱਪਰ ਸੀਗੀ, ਅਤੇ ਉਹ ਸਿਵਿੰਗ ਟੈਕਨੋਲੋਜੀ ITI ਮੋਰਿੰਡਾ ਹੀ ਪੜ੍ਹੀ ਸੀਗੀ। ਅਤੇ ਉਹਦਾ ਅੱਜ ਇੱਕ ਨਾਮ ਹੈ, ਬ੍ਰਾਂਡ ਐਂਬੈਸਡਰ ਹੈ ਉਹ ਸਾਡੇ ਉਹਦੀ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਦੀ। ਤਾਂ ਇਸ ਤਰ੍ਹਾਂ ਦੇ ਇਨਵੈਸਟਰ ਸਾਡੇ ਕੋਲ ਨਿਕਲ ਕੇ ਆਉਂਦੇ ਨੇ, ਉਹ ਤੁਹਾਡੇ ਵਰਗੇ ਹੀ ਪੜ੍ਹੇ ਹੋਏ ਬੱਚੇ ਹੁੰਦੇ ਨੇ, ਜੋ SOT ST ਵਗੈਰਾ ਕਲਾਸਾਂ ਦੇ ਵਿੱਚ ਕਰਦੇ ਨੇ ਜੁਆਇਨ। ਫੈਸ਼ਨ ਡਿਜ਼ਾਇਨਿੰਗ ਦੀ ਕਲਾਸ ਹੈ ਸਾਡੇ ਕੋਲ, ਡਰੈਸ ਮੇਕਿੰਗ ਕਲਾਸਿਸ ਨੇ, ਅਤੇ ਉਹਨਾਂ 'ਚ ਪੜ੍ਹ ਕੇ ਹੀ ਬੱਚੇ ਅੱਗੇ ਜਾਂਦੇ ਨੇ, ਉਹਨਾਂ ਨੂੰ ਇੱਕ ਸਹੀ ਰਾਹ ਮਿਲ ਜਾਂਦੀ ਹੈ, ਉਹ ਇੰਪਲਾਇਡ ਹੋ ਜਾਂਦੇ ਨੇ। ਇਸ ਤਰ੍ਹਾਂ ਦੇ ਮੇਰੇ ਕੋਲ ਕਾਫੀ ਸਾਰੀਆਂ ਉਦਾਹਰਨਾਂ ਨੇ। ਟਾਈਮ ਦੀ ਸ਼ੋਰਟੇਜ ਹੋਣ ਕਰਕੇ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਪਾ ਰਹੀ ਹਾਂ। ਵੈਰੀ ਗੁੱਡ ਮੈਡਮ, ਵੈਰੀ ਗੁੱਡ, ਵੈਰੀ ਗੁੱਡ। ਸੋ ਇਸ ਤਰ੍ਹਾਂ ਦੀਆਂ ਕਈ ਐਗਜ਼ਾਮਪਲਸ ਹੈਗੀਆਂ। ਹੁਣ ਮੈਂ ਚਾਹਾਂਗਾ ਸਾਡੇ ਮੇਨ ਪ੍ਰੈਜ਼ੈਂਟਰ ਮਨਿੰਦਰ ਕੌਰ ਮੈਡਮ, ਤੁਸੀਂ ਆਪਣੀ ਪ੍ਰੈਜ਼ੈਂਟੇਸ਼ਨ ਤੇ ਬੱਚਿਆਂ ਤੋਂ ਕੁਐਸਚਨ ਆਨਸਰ ਲਵੋ ਜੀ। ਕੋਈ ਐਨੀ ਕੁਐਸਚਨਸ ਪਲੀਜ਼, ਮੈਡਮ ਮਨਿੰਦਰ। ਜੀ ਸਰ, ਕਾਈਂਡਲੀ ਮੈਂ ਸਾਰੇ ਸਟੂਡੈਂਟਸ ਨੂੰ ਰਿਕੁਐਸਟ ਕਰਾਂਗੀ ਕਿ ਜਿਸ ਤਰ੍ਹਾਂ ਅੱਜ ਦੇ ਲੈਕਚਰ ਵਿੱਚ ਤੁਹਾਨੂੰ ਪਤਾ ਲੱਗਿਆ ਕਿ ਇੰਟਰਵਿਊ ਕੀ ਹੁੰਦੀ ਹੈ ਜਾਂ CV ਕੀ ਹੁੰਦਾ ਹੈ, ਟਾਈਪਸ ਆਫ ਇੰਟਰਵਿਊਜ਼, ਤੇ ਸਾਨੂੰ ਇੰਟਰਵਿਊ ਦੇ ਵਿੱਚ ਕਿਸ ਤਰ੍ਹਾਂ ਜਾਣਾ ਚਾਹੀਦਾ, ਇਸ ਦੇ ਰਿਗਾਰਡਿੰਗਲੀ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਕੋਈ ਕੁਐਰੀ ਹੋਵੇ, ਕੋਈ ਵੀ ਕੁਐਸਚਨ ਹੋਵੇ, ਤਾਂ ਕਾਈਂਡਲੀ ਤੁਸੀਂ ਆਪਣਾ ਹੈਂਡ ਰੇਜ਼ ਕਰਕੇ ਪੁੱਛ ਸਕਦੇ ਹੋ।
हेलो मैम। अपने आप ਨੂੰ ਅਨਮਿਊਟ ਕਰਕੇ ਪੁੱਛ ਸਕਦੇ ਹੋ। हेलो मैम। जी सर। गुड आफ्टरनून मैम। गुड आफ्टरनून जी। मैम आई मीन बेंगलुरु ITI कॉलेज मैम, इलेक्ट्रॉनिक मैकेनिकल। हाँ जी बच्चे, कौन सी ITI? इलेक्ट्रॉनिक मैकेनिक। फ्रॉम विच ITI? entity of ITI। Okay. मैम What is your question? how to prepare the CV मैम? How we prepare CV? In CV, you can include your personal details, your education qualifications, your professional qualifications. You can include about your professionals and your experience and your abilities and interest and your experience from the previous company if you have. You can prepare by yourself or you can take the help of experts from the market. This way you can prepare your CV for any job. Hello. हाँ जी. Good afternoon, ma'am. Good afternoon जी. मैम मैं क्वेश्चन ਪੁੱਛਣ ਜਿਹੜੀ ਸਟ੍ਰੈਸ ਇੰਟਰਵਿਊ ਆ ਉਹ ਅੱਜ ਦੇ ਟਾਈਮ 'ਚ ਵੀ ਹੋ ਰਹੀ ਆ? ਜੀ ਬਿਲਕੁਲ, ਜਦੋਂ ਕੈਂਡੀਡੇਟਸ ਕਿਸੇ ਕੰਪਨੀ 'ਚ ਅਸੀਂ ਇੰਟਰਵਿਊ ਦੇਣ ਲਈ ਜਾਂਦੇ ਆ, ਉੱਥੇ ਅਗਰ ਕੈਂਡੀਡੇਟਸ ਜ਼ਿਆਦਾ ਹੋ ਜਾਂਦੇ ਆ ਤਾਂ ਉਸ ਕੰਪਨੀ ਤੋਂ ਕਈ ਵਾਰ ਕੈਂਡੀਡੇਟਸ ਨੂੰ ਚੂਜ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਫਿਰ ਉਸ ਕੇਸ ਤੇ ਉਹ ਕੀ ਕਰਦੇ ਆ ਕਿ ਜਿਹੜੀ ਇੰਟਰਵਿਊ ਹੁੰਦੀ ਆ ਉਸਨੂੰ ਥੋੜੀ ਹਾਰਡ ਬਣਾ ਦਿੰਦੇ ਆ ਤਾਂ ਜੋ ਉਹਨਾਂ ਵਾਸਤੇ ਕੈਂਡੀਡੇਟਸ ਨੂੰ ਚੂਜ਼ ਕਰਨਾ, ਕੈਂਡੀਡੇਟਸ ਨੂੰ ਪਿਕ ਕਰਨਾ ਈਜ਼ੀ ਹੋ ਸਕੇ। ਤਾਂ ਫਿਰ ਇਸ ਤਰ੍ਹਾਂ ਦੀਆਂ ਕਈ ਐਗਜ਼ਾਮਪਲਸ ਹੈ ਸਾਡੇ ਰੀਅਲ ਲਾਈਫ ਵਿੱਚ ਜਿੱਥੇ ਕਿ ਮਤਲਬ ਕੈਂਡੀਡੇਟ ਨੂੰ ਬਾਰ-ਬਾਰ ਉਸਨੂੰ ਕੰਫਿਊਜ਼ ਕੀਤਾ ਜਾਂਦਾ ਹੈ, ਕਈ ਅਜੀਬ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਂਦੇ ਆ ਲਾਈਕ ਇਨ IAS। ਅਗਰ ਤੁਸੀਂ ਇੰਟਰਵਿਊਜ਼ ਤੁਸੀਂ ਨੈਟ ਤੇ ਅਗਰ ਸਰਚ ਕਰੋਗੇ ਤੁਹਾਨੂੰ ਬਹੁਤ ਸਾਰੇ ਕੁਐਸਚਨਸ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਨ੍ਹਾਂ ਤੋਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਇੰਟਰਵਿਊਜ਼ ਜਿਹੜੀਆਂ ਸਟ੍ਰੈਸ ਇੰਟਰਵਿਊਜ਼ ਆ ਅੱਜ ਵੀ ਕੀਤੀਆਂ ਜਾਂਦੀਆਂ ਨੇ। ਉਹਨਾਂ ਦੇ ਥਰੂ ਕੰਪਨੀਜ਼ ਆਪਣਾ ਲਾਈਕ ਜਿਵੇਂ ਡਾਇਮੰਡ ਪਿਕ ਕਰਨਾ, ਡਾਇਮੰਡ ਪਿਕ ਕਰਨ ਵਾਲੀ ਗੱਲ ਹੁੰਦੀ ਹੈ ਕਿ ਕੈਂਡੀਡੇਟਸ ਸਭ ਤੋਂ ਅੱਛਾ, ਸਭ ਤੋਂ ਕੰਪੀਟੈਂਟ ਜਿਹੜਾ ਕੈਂਡੀਡੇਟ ਹੈ ਉਸਨੂੰ ਪਿਕ ਕਰਦੀਆਂ ਨੇ ਇਸ ਤਰ੍ਹਾਂ ਦੀਆਂ ਇੰਟਰਵਿਊਜ਼। ਆਪਣੀ ਇੰਟਰਵਿਊਜ਼ ਨੂੰ ਹਾਰਡ ਬਣਾ ਕੇ ਹੀ ਉਹ ਕੈਂਡੀਡੇਟਸ ਨੂੰ ਸਿਲੈਕਟ ਕਰਦੀਆਂ ਨੇ। ਹਾਂਜੀ ਨੈਕਸਟ। Anybody else? If you have questions, you may ask. Anyway, ਜਦੋਂ ਤੱਕ questions ਅਗਰ ਕੋਈ ਨਹੀਂ ਪੁੱਛਣਾ ਚਾਹੁੰਦਾ ਤਾਂ ਅਸੀਂ ਤੁਹਾਨੂੰ ਕੁਝ questions ਇਸ ਤਰ੍ਹਾਂ ਦੇ ਦੱਸ ਦਿੰਦੇ ਹਾਂ ਜਿਹੜੇ ਕਿ ਇੰਟਰਵਿਊ ਵਿੱਚ ਇੰਟਰਵਿਊਅਰ ਦੇ ਦੁਆਰਾ ਪੁੱਛੇ ਜਾਂਦੇ ਨੇ। ਲਾਈਕ ਜਿਸ ਤਰ੍ਹਾਂ ਕਿ ਤੁਹਾਨੂੰ ਇੰਟਰਵਿਊਅਰ ਪੁੱਛ ਸਕਦਾ ਹੈ ਕਿ ਟੈਲ ਮੀ ਸਮਥਿੰਗ ਅਬਾਊਟ ਯੋਰਸੈਲਫ, ਵਾਟ ਆਰ ਯੋਰ ਹੌਬੀਜ਼, ਜਾਂ ਤੁਸੀਂ ਆਪਣੀ ਗ੍ਰੈਜੂਏਸ਼ਨ ਜੋ ਵੀ ਡਿਗਰੀ ਤੁਸੀਂ ਪਰਸਿਊ ਕੀਤੀ ਹੈ ਉਹ ਕਿੱਥੋਂ ਕੀਤੀ ਹੈ, ਮੋਸਟ ਜਿਹੜੀ ਲੇਟੈਸਟ ਰੀਸੈਂਟ ਬੁੱਕ ਹੈ ਉਹ ਤੁਸੀਂ ਕਿਹੜੀ ਪੜ੍ਹੀ ਹੋਈ ਹੈ, ਜਾਂ ਕਿਸੇ ਵੀ ਆਪਣੇ ਕਰੰਟ ਲੇਟੈਸਟ ਟੌਪਿਕ ਬਾਰੇ ਤੁਹਾਡੀ ਜਨਰਲ ਨੌਲੇਜ ਚੈੱਕ ਕਰਨ ਲਈ ਤੁਹਾਨੂੰ ਕੁਝ ਵੀ ਪੁੱਛਿਆ ਜਾ ਸਕਦਾ ਹੈ। ਔਰ ਇਸ ਤੋਂ ਬਿਨਾਂ ਤੁਸੀਂ ਆਪਣੀ ਪਹਿਲੇ ਵਾਲੀ ਕੰਪਨੀ ਵਿੱਚ ਜਿੱਥੇ ਜੌਬ ਕੀਤੀ ਹੈ ਤੁਸੀਂ ਉੱਥੇ ਕਿਹੜਾ ਰੋਲ ਨਿਭਾਇਆ ਸੀ, ਤੁਸੀਂ ਉੱਥੇ ਕਿਸ ਪੋਸਟ ਤੇ ਕੰਮ ਕੀਤਾ ਹੋਇਆ, ਜਾਂ ਤੁਸੀਂ ਅਗਲੇ ਆਉਣ ਵਾਲੇ 2 ਸਾਲਾਂ ਵਿੱਚ ਜਾਂ 5 ਸਾਲਾਂ ਵਿੱਚ ਆਪਣੇ ਆਪ ਨੂੰ ਆਪਣੇ ਫਿਊਚਰ ਵਿੱਚ ਕਿਸ ਜਗ੍ਹਾ ਤੇ ਦੇਖਣਾ ਚਾਹੁੰਦੇ ਹੋ। ਇਸ ਕੁਐਸਚਨ ਤੋਂ ਇੰਟਰਵਿਊਅਰ ਨੇ ਇਹ ਜੱਜ ਕਰਨਾ ਹੁੰਦਾ ਕਿ ਇਹ ਜਿਹੜਾ ਸਾਡਾ ਕੈਂਡੀਡੇਟ ਹੈ ਅਗਰ ਇਹ ਐਂਬੀਸ਼ੀਅਸ ਨਹੀਂ ਹੋਏਗਾ ਤਾਂ ਇਹ ਸਾਡੀ ਕੰਪਨੀ ਲਈ ਵੀ ਕੰਮ ਵਧੀਆ ਨਹੀਂ ਕਰ ਸਕੇਗਾ। ਤੇ ਇੰਟਰਵਿਊਅਰ ਇਹ ਵੀ ਪੁੱਛਦਾ ਕਿ ਤੁਸੀਂ ਆਪਣੀ ਜੌਬ ਤੋਂ ਕੀ ਐਕਸਪੈਕਟ ਕਰਦੇ ਹੋ। ਇਹਦੇ ਵਿੱਚ ਤੁਹਾਡੇ ਵੇਜਿਸ ਵੀ ਆ ਜਾਂਦੇ ਹੈ ਜਾਂ ਹੋਰ ਫੈਸਿਲਿਟੀਜ਼ ਜਿਹੜੀਆਂ ਕੰਪਨੀਜ਼ ਆਪਣੇ ਕੈਂਡੀਡੇਟ ਨੂੰ ਦਿੰਦੀਆਂ ਉਹ ਸਾਰਾ ਕੁਝ ਕੈਂਡੀਡੇਟਸ ਦੇ ਨਾਲ ਡਿਸਕਸ ਕੀਤਾ ਜਾਂਦਾ ਹੈ। ਇੱਕ
ਮੋਸਟ ਇੰਪੋਰਟੈਂਟ ਕੁਐਸਚਨਸ ਹੈ ਜਿਹੜਾ ਇੰਟਰਵਿਊਅਰ ਦੁਆਰਾ ਪੁੱਛਿਆ ਜਾਂਦਾ, ਉਹਦੇ ਵਿੱਚ ਕੈਂਡੀਡੇਟ ਨੂੰ ਆਪਣੇ ਆਪ ਨੂੰ ਹੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਪਣੀਆਂ ਸਟਰੈਂਥਸ ਤੇ ਆਪਣੀਆਂ ਵੀਕਨੈਸ, ਆਪਣੀਆਂ ਕਮਜ਼ੋਰੀਆਂ ਤੇ ਆਪਣੇ ਜਿਹੜੇ ਸਟਰੋਂਗ ਪੁਆਇੰਟ ਹੈ ਉਹ ਦੱਸੋ ਤੁਹਾਨੂੰ ਤੁਹਾਡੇ ਵਿੱਚ ਕੀ ਹੈ। ਤੇ ਇੱਕ ਹੋਰ ਜਿਹੜਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਉਹ ਹੈਗਾ give us an example of an adverse situation at work and how to tackle it। ਕਿ ਤੁਸੀਂ ਆਪਣੇ ਪਿਛਲੇ ਕੰਮ ਦੇ ਵਿੱਚ ਤੁਸੀਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਦੱਸੋ ਜਿਹਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਇੰਬੈਲੈਂਸ ਫੀਲ ਕੀਤਾ ਹੋਵੇ ਜਾਂ ਉਹ ਕੰਫਰਟੇਬਲ ਨਾ ਹੋਵੇ ਸਿਚੁਏਸ਼ਨ, ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੰਮ ਕਰੋਗੇ ਤੇ ਉਹਨੂੰ ਤੁਸੀਂ ਉਹਦੇ ਚੋਂ ਬਾਹਰ ਕਿਵੇਂ ਨਿਕਲੋਗੇ। ਤੋ ਇਹ ਸੀਗੇ ਕੁਝ ਕੁਐਸਚਨ। ਤਾਂ ਅਗਰ ਹੁਣ ਹੋਰ ਕੋਈ ਕੁਲਦੀਪ ਕੌਰ ਜੀ ਕੁਝ ਪੁੱਛਣਾ ਚਾਹੁੰਦੇ ਆ, ਕੁਲਦੀਪ ਕੌਰ ਜੀ ਪਲੀਜ਼ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦੇ ਹੋ। ਹਾਂਜੀ ਮੈਮ, ਪੁੱਛਣਾ ਜੀ, ਜੇ ਫਸਟ ਟਾਈਮ ਇੰਟਰਵਿਊ ਦੇਣ ਚ ਆਣਾ, ਉਹਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ, ਉਹਦੇ ਲਈ ਤਾਂ ਈਜ਼ੀ ਕੁਐਸਚਨ ਪੁੱਟ ਹੁੰਦੇ ਹੋਣਗੇ ਨਾ। ਹਾਂਜੀ, ਜਿੱਦਾਂ ਅਸੀਂ ਫਸਟ ਟਾਈਮ ਜੌਬ ਲਈ ਜਾਣਾ ਜਾਂ ਫਸਟ ਟਾਈਮ ਕਿਸੇ ਸੈਲੂਨ ਚ ਜੌਬ ਕਰਨੀ ਆ, ਹਾਂਜੀ ਉਹਨੂੰ ਤਾਂ ਬੇਟਾ। ਬਸ ਤਾਂ ਓਨਲੀ ITI ਕੀਤੀ ਹੈਗੀ। ਬੇਟਾ ਬੇਸ਼ੱਕ ਤੁਸੀਂ ITI ਹੋਲਡਰ ਹੋ ਬਟ ਤੁਸੀਂ ਇਸ ਸੁਸਾਇਟੀ ਦੇ ਵਿੱਚ ਰਹਿੰਦੇ ਹੋ, ਯੂ ਆਰ ਆਲ ਅਰਾਊਂਡਰ, ਯੂ ਆਰ ਲਿਵਿੰਗ ਇਨ ਦਾ ਇੰਟਰਨੈਟ, ਠੀਕ ਹੈ। ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਤਾਂ ਤੁਹਾਨੂੰ ਹਰ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਇਹ ਕੋਈ ਮਤਲਬ ਫੈਕਟ ਨਹੀਂ ਹੈ ਕਿ ਤੁਸੀਂ ITI ਕਰਦੇ ਹੋ, ਤੁਹਾਨੂੰ ਤੁਸੀਂ 10th ਤੱਕ ਆਪਣੀ ਜਾਂ +2 ਤੱਕ, ਸਾਡੇ ਕੋਲ ਕਈ ਸਟੂਡੈਂਟਸ ਗ੍ਰੈਜੂਏਟਸ ਵੀ ਆਉਂਦੇ ਨੇ, ਤੁਸੀਂ ਉਹ ਆਪਣੀ ਸਾਰੀ ਸਟੱਡੀ ਦੇ ਵਿੱਚ ਕੁਛ ਨਾ ਕੁਛ ਸਿੱਖਿਆ, ਉਹ ਚੀਜ਼ਾਂ ਸਾਡੀ ਸੁਸਾਇਟੀ ਦੇ ਵਿੱਚੋਂ ਹੀ ਤੁਹਾਨੂੰ ਕੁਛ ਨਾ ਕੁਛ ਗੱਲਾਂ ਪੁੱਛੀਆਂ ਜਾਂਦੀਆਂ, ਜਾਂ ਫਿਰ ਜੋ ਤੁਸੀਂ ਸਟੱਡੀ ਕੀਤੀ, ਜੋ ਤੁਹਾਡੀ ਕੁਆਲੀਫਿਕੇਸ਼ਨ ਹੈ, ਮੋਸਟਲੀ ਉਹਦੇ ਨਾਲ ਰਿਲੇਟਡ ਹੀ ਕੁਐਸਚਨਸ ਤੁਹਾਨੂੰ ਪੁੱਛੇ ਜਾਂਦੇ ਆ। ਇਹ ਤੋਂ ਬਿਨਾਂ ਤੁਹਾਨੂੰ ਆਲ ਅਰਾਊਂਡਰ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਡੀ ਸੋਸ਼ਲ ਲਾਈਫ ਵਿੱਚੋਂ ਬਹੁਤ ਤਰ੍ਹਾਂ ਦੇ ਕੁਐਸਚਨਸ ਤੁਹਾਨੂੰ ਇੰਟਰਵਿਊ ਦੇ ਵਿੱਚ ਪੁੱਛੇ ਜਾਂਦੇ ਆ। ਸਭ ਤੋਂ ਮੋਸਟ ਇੰਪੋਰਟੈਂਟ ਪਾਰਟ ਇਹ ਹੁੰਦਾ ਹੈ ਕਿ ਤੁਸੀਂ ਉਸ ਕੁਐਸਚਨ ਨੂੰ ਕਿੰਨੀ ਕੌਨਫੀਡੈਂਟਲੀ ਆਨਸਰ ਦਿੰਦੇ ਹੋ ਔਰ ਕਿੰਨੀ ਜਲਦੀ ਤੁਸੀਂ ਉਹਦਾ ਆਨਸਰ ਦਿੰਦੇ ਹੋ। ਇਹ ਜਿਹੜਾ ਮੇਨ ਪਾਰਟ ਹੈਗਾ ਇੰਟਰਵਿਊ ਦਾ, ਚਾਹੇ ਉਹ ਤੁਹਾਨੂੰ ਕੁਐਸਚਨ ਆਉਂਦਾ ਹੈ ਨਹੀਂ ਆਉਂਦਾ, ਬਟ ਤੁਸੀਂ ਉਸਨੂੰ ਕਿੰਨੀ ਕੌਨਫੀਡੈਂਟਲੀ ਆਨਸਰ ਦਿੰਦੇ ਹੋ, ਦਿਸ ਇਜ਼ ਦਾ ਮੇਨ ਪਾਰਟ ਆਫ ਇੰਟਰਵਿਊ। ਵੈਰੀ ਗੁੱਡ ਮੈਡਮ, ਮੈਂ ਬਹੁਤ ਅੱਛਾ ਜਵਾਬ ਦਿੱਤਾ। ਇਹ ਬੱਚੇ ਨੇ ਵੀ ਬਹੁਤ ਅੱਛਾ ਸਵਾਲ ਕੀਤਾ। ਦੇਖੋ ਜਿਵੇਂ ਮੈਂ ਥੈਂਕ ਯੂ ਸੋ ਮਚ ਮੈਮ। ਕੀਤੀ ਸੀਗੀ ਫਤਿਹ ਦੀ ਗੱਲ ਕੀਤੀ ਜਾਂ ਮਿਸ਼ਨ ਫਤਿਹ ਦੀ ਗੱਲ ਕਰਦੇ ਹੋਏ ਮੈਂ ਤੁਹਾਨੂੰ ਪੋਜ਼ਿਟਿਵ ਐਟੀਟਿਊਡ ਦੀ ਗੱਲ ਕੀਤੀ। ਇੱਕ ਜਨਰਲ ਇੰਪ੍ਰੈਸ਼ਨ ਅਸੀਂ ਵੀ ਮਹਿਸੂਸ ਕੀਤਾ ਹੈ। ਮੈਂ ਬਹੁਤ ਇੰਟਰਵਿਊ ਲਈਆਂ, ਖੁਦ ਵੀ ਇੰਟਰਵਿਊ ਲਈਆਂ, ਪ੍ਰਗਿਆ ਜੀ ਵੀ ਦੱਸਣਗੇ। ਇਸ ਡਿਪਾਰਟਮੈਂਟ ਦੇ ਵਿੱਚ ਇੰਸਟਰਕਟਰਸ ਸਿਲੈਕਟ ਕਰਨ ਵੇਲੇ ਵੀ ਮੈਂ ਕਾਫੀ ਇੰਸਟਰਕਟਰਸ ਦੀ ਇੰਟਰਵਿਊ ਵੀ ਲਈਆਂ। ਇੰਡਸਟਰੀ ਦੇ ਵਿੱਚ ਜਾ ਕੇ ਉਹਨਾਂ ਬੱਚਿਆਂ ਦੀ ਇੰਡਸਟਰੀ ਦੇ ਵਾਸਤੇ ਵੀ ਇੰਟਰਵਿਊ ਲਈ ਹੈ। ਇੱਕ ਚੀਜ਼ ਮੈਂ ਮਹਿਸੂਸ ਕਰਦਾ, ਜਿਹੜਾ ਬੱਚੇ ਨੇ ਸਵਾਲ ਕੀਤਾ, ਇੱਕ ਆਮ ਇੰਪ੍ਰੈਸ਼ਨ ਹੈ ਕਿ ਇੰਪਲਾਇਰ ਐਕਸਪੀਰੀਅੰਸ ਬੰਦਾ ਹੀ ਲੈਣਾ ਚਾਹੁੰਦਾ ਹੈ। ਸੋ ਇਹਦੇ ਵਾਸਤੇ ਮੈਂ ਕਹਿਣਾ ਚਾਹਾਂਗਾ ਪੋਜ਼ਿਟਿਵ ਐਟੀਟਿਊਡ, ਉਹੀ ਫਤਿਹ ਵਾਲੀ ਗੱਲ ਕਿ ਪਹਿਲਾਂ ਇਹ ਸੋਚੋ ਕਿ ਯੂ ਆਰ ਐਲੀਜੀਬਲ ਫॉर ਦਿਸ ਜੌਬ, ਡੋਂਟ ਅੰਡਰ ਐਸਟੀਮੇਟ। ਉਹ ਚੀਜ਼ ਦੇ ਬਾਰੇ ਮੈਂ ਪਹਿਲਾਂ ਕਿਹਾ, ਜਦੋਂ ਤੁਹਾਨੂੰ ਨੌਲੇਜ ਹੋਏਗੀ ਤੁਸੀਂ ਕਦੀ ਵੀ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਹੀਂ ਕਰੋਗੇ। ਜਿਸ ਪ੍ਰੋਫੈਸ਼ਨ, ਜਿਸ ਟ੍ਰੇਡ ਨੂੰ ਤੁਸੀਂ ਪੜ੍ਹ ਰਹੇ ਹੋ, ਉਹਦੀ ਪੂਰੀ ਨੌਲੇਜ ਰੱਖੋ, ਤੁਹਾਡੇ 'ਚ ਕੌਨਫੀਡੈਂਸ ਆਏਗਾ। ਬਿਨਾਂ ਨੌਲੇਜ ਦੇ ਤੁਹਾਡੇ ਕੌਨਫੀਡੈਂਸ ਨਹੀਂ ਆਏਗਾ। ਲਿਟਲ ਨੌਲੇਜ ਇਜ਼ ਆਲਵੇਜ਼ ਵੈਰੀ ਡੇਂਜਰਸ, ਇਹ ਆਮ ਕਹਾਵਤ ਹੈਗੀ ਹੈ। ਸੋ ਨੌਲੇਜ ਹੋਏਗੀ, ਫੀਲ ਕੌਨਫੀਡੈਂਟ ਐਂਡ ਪੋਜ਼ਿਟਿਵ ਕਿ ਯੂ ਵਿਲ ਬੀ ਸਿਲੈਕਟਡ। ਜਦੋਂ ਤੁਸੀਂ ਇੰਟਰਵਿਊ ਦੇਣ ਜਾਂਦੇ ਹੋ, ਇਹ ਸੋਚ ਕੇ ਜਾਓ ਕਿ ਤੁਸੀਂ ਹੀ ਐਲੀਜੀਬਲ ਕੈਂਡੀਡੇਟ ਹੈਗੇ ਹੋ, ਜਿਹਦੀ ਉਹ ਭਾਲ ਕਰ ਰਹੇ ਹੈ। ਐਂਡ ਬੀ ਸਿੰਸੀਅਰ, ਉਸੇ ਐਂਗਲ ਨਾਲ ਇੰਟਰਵਿਊ ਦੋ। ਇੰਟਰਵਿਊ ਜਿਹੜਾ ਇੰਪਲਾਇਰ ਹੈ, ਨੋ ਡਾਊਟ ਉਹ ਐਕਸਪੀਰੀਅੰਸ ਦੀ ਕਦਰ ਕਰਦਾ ਹੈ, ਉਹ ਪ੍ਰੈਫਰ ਕਰਦਾ ਹੈ ਕਿ ਮੇਰੇ ਕੋਲ ਐਕਸਪੀਰੀਅੰਸ ਕੈਂਡੀਡੇਟ ਆ ਜਾਵੇ ਤੇ ਮੈਂ ਸੈਲਰੀ ਤਾਂ ਉਨੀ ਦੇਣੀ ਹੈ, ਥੋੜੀ ਜ਼ਿਆਦਾ ਦੇ ਦਾਂਗਾ ਤੇ ਮੈਨੂੰ ਸਿਖਾਉਣਾ ਨਹੀਂ ਪਏਗਾ। ਬਟ ਈਵਨ ਦੈਨ ਫਰੈਸ਼ਰ ਦੀ ਜਿਹੜੀ ਇੰਪੋਰਟੈਂਸ ਹੈ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ, ਕਿਉਂਕਿ ਫਰੈਸ਼ਰ ਨੂੰ ਆਪਣੇ ਤਰੀਕੇ ਨਾਲ ਟ੍ਰੇਨ ਕਰ ਸਕਦਾ ਹੈ। ਇਹ ਇੱਕ ਐਡਿਡ ਐਡਵਾਂਟੇਜ ਵੀ ਰਹਿੰਦਾ ਹੈ। ਸੋ ਐਜ਼ ਅ ਫਰੈਸ਼ ਕੈਂਡੀਡੇਟ ਯੂ ਹੈਵ ਅ ਬੈਟਰ ਹੋਪ, ਕੀਪ ਟਰਾਈਂਗ and keep yourself equipped with all the tools which have been mentioned, ਜਿਵੇਂ ਤੁਹਾਨੂੰ ਇਹਦੇ ਵਿੱਚ ਦੱਸਿਆ ਹੈ ਕਿ ਕੀ ਤੁਹਾਡੇ ਕੁਆਲਿਟੀਜ਼ ਚਾਹੀਦੀਆਂ। ਸੋ ਆਪਣਾ ਟਾਈਮ ਕਾਫੀ ਹੋ ਗਿਆ ਹੁਣ, ਸੋ ਇਸ ਤੋਂ ਇਲਾਵਾ ਆਈ ਡੋਂਟ ਥਿੰਕ ਮਨਿੰਦਰ, ਉਪਾਸਨਾ ਕੋਈ ਕੁਐਸਚਨ ਹੈਗੇ? ਸਰ ਮੈਮ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੁੰਦੇ ਆ ਕਿ ਸਟੂਡੈਂਟਸ ਇੰਟਰਵਿਊ ਤੋਂ ਪਹਿਲਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਥੋੜੇ ਜਿਹੇ ਟਾਈਮ ਵਿੱਚ ਆਪਣੇ ਆਪ ਨੂੰ ਕਿਵੇਂ ਪ੍ਰਿਪੇਅਰ ਕਰ ਸਕਦੇ ਆ। ਓਕੇ ਹਰਪ੍ਰੀਤ ਜੀ, ਆਪਾਂ ਕਰ ਸਕਦੇ ਹਾਂ ਮੇਰੇ ਖਿਆਲ ਆਪਣਾ ਹੁਣ ਤੇ ਹਾਂਜੀ ਸਰ, ਲੰਚ ਟਾਈਮ ਨਹੀਂ ਆਪਣਾ, ਯਾਨੀ ਕਿ ਹੈਗਾ ਜੀ ਆਪਣੇ ਕੋਲ ਟਾਈਮ, ਕਰ ਸਕਦੇ
ਉਪਾਸਨਾ ਮੈਮ ਪਲੀਜ਼ ਬੱਚਿਆਂ ਨੂੰ ਥੋੜਾ ਐਕਸਪਲੇਨ ਕਰੋ। 5 ਮਿੰਟ ਰੀਡਿੰਗ ਹੈ ਕਿ ਅਗਰ ਤੁਸੀਂ 5 ਮਿੰਟ ਆਪਣੇ ਆਪ ਨੂੰ ਰੀਡ ਕਰਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਹੈ ਕਿ ਕੀ ਤੁਹਾਡਾ ਪਹਿਨਿਆ ਹੋਇਆ ਤੁਸੀਂ ਕਿਸ ਤਰ੍ਹਾਂ ਦਾ ਤੁਹਾਡਾ ਜੋਬ ਹੈ। ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਸਾਰਾ ਕੁਝ ਆਪਣੇ ਬਾਰੇ ਹੀ ਰੀਡ ਕਰਨਾ ਹੈ, ਤੁਸੀਂ ਉਸ ਕੰਪਨੀ ਬਾਰੇ ਵੀ ਰੀਡ ਪਹਿਲਾਂ ਪਤਾ ਕਰ ਲੈਣਾ ਨੈਟ ਸਰਚ ਕਰਕੇ ਕਿ ਕੰਪਨੀ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀ ਉਸਦੀ ਫਾਈਨੈਂਸ਼ੀਅਲੀ ਕੰਡੀਸ਼ਨ ਹੈ, ਕਿੰਨੇ ਉਸਦੇ EMPLOYEES ਹੈ। ਤੁਹਾਨੂੰ ਉਸ ਕੰਪਨੀ ਬਾਰੇ ਅੱਛੀ ਤਰ੍ਹਾਂ ਨੌਲੇਜ ਹੋਣੀ ਚਾਹੀਦੀ ਹੈ। ਤੁਸੀਂ ਉੱਥੇ ਜਾ ਕੇ ਕੁਐਸਚਨ ਰੇਜ਼ ਨਹੀਂ ਕਰਨਾ, ਉਸ ਤੋਂ ਪਹਿਲਾਂ ਹੀ ਤੁਹਾਨੂੰ ਉਸ ਦੇ ਬਾਰੇ ਅੱਛੀ ਤਰ੍ਹਾਂ ਨੌਲੇਜ ਹੋਣੀ ਚਾਹੀਦੀ ਹੈ ਕੰਪਨੀ ਬਾਰੇ ਜਿਸ ਕੰਪਨੀ 'ਚ ਤੁਸੀਂ ਜਾ ਰਹੇ ਹੋ। ਕਿਉਂਕਿ ਸਾਡੇ ਬੱਚੇ ਜ਼ਿਆਦਾਤਰ ਬੁਟੀਕਸ ਵਗੈਰਾ ਜਾਂ ਸਾਡੇ ਨਾਲ ਰਿਲੇਟਡ ਹੀ ਕੰਪਨੀਜ਼ ਹੁੰਦੀਆਂ ਨੇ ਉੱਥੇ ਜਾਂਦੇ ਨੇ ਤੇ ਉਹਨਾਂ ਦੀ ਐਕਸਪੈਕਟੇਸ਼ਨਸ ਹੁੰਦੀ ਹੈ ਕਿ ਸਾਨੂੰ ਸੈਲਰੀ ਜ਼ਿਆਦਾ ਤੋਂ ਜ਼ਿਆਦਾ ਮਿਲੇ। ਜਿਹੜਾ ਬੱਚਾ ਫਸਟ ਸਟੈਪ ਹੁੰਦਾ ਹੈ, ਸਾਡੇ ਸਭ ਦੀ ਰੀਅਲ ਸਟੋਰੀਜ਼ ਹੈ ਸਾਡੇ ਕੋਲ, ਟਾਈਮ ਦੀ ਘੱਟ ਹੋਣ ਕਰਕੇ ਅਸੀਂ ਨਹੀਂ ਐਕਸਪਲੇਨ ਕਰ ਪਾ ਰਹੇ ਕਿ ਸਾਰਿਆਂ ਨੇ ਬਹੁਤ ਹੀ ਛੋਟੇ ਸੈਲਰੀ ਪੈਕੇਜ ਤੋਂ ਸਟਾਰਟ ਕੀਤਾ ਹੋਇਆ ਹੈ ਤੇ ਉਹ ਅੱਜ ਅਸੀਂ ਇਸ ਮੁਕਾਮ ਤੇ ਪਹੁੰਚ ਗਏ ਹਾਂ ਕਿ ਅਸੀਂ ਕਿਸੇ ਨੂੰ ਇੰਪਲਾਇਮੈਂਟ ਦੇ ਸਕਦੇ ਹਾਂ। ਤੇ ਇਸੇ ਤਰ੍ਹਾਂ ਹੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸੈਲਰੀ ਪੈਕੇਜ ਘੱਟ ਹੈ ਜਾਂ ਕਿਸ ਤਰ੍ਹਾਂ ਦਾ ਸਾਨੂੰ ਪ੍ਰੋਬਲਮ ਸਾਡੇ ਲਈ। Hello, ma'am. Hello. Hello, ma'am. How to prepare myself, ma'am, to interview time? Yes, sir. Hello, ma'am. 5 minutes in reading your resume and covering letter. ਰਿਜ਼ਿਊਮ ਨੂੰ ਪ੍ਰੋਪਰ ਅਗਰ ਤੁਸੀਂ ਉਹਦੇ ਤੇ ਲਿਖਿਆ ਹੈ ਸਾਰਾ ਕੁਝ ਤਾਂ ਸਾਡਾ ਫਸਟ ਇੰਪ੍ਰੈਸ਼ਨ ਰਿਜ਼ਿਊਮ ਹੀ ਹੁੰਦਾ ਹੈਗਾ ਤੇ ਰਿਜ਼ਿਊਮ ਤੋਂ ਤੁਸੀਂ ਕਾਫੀ ਚੀਜ਼ਾਂ ਐਨਾਲਾਈਜ਼ ਕਰ ਪਾਉਂਦੇ ਹੋ। ਫਿਰ 15 ਮਿੰਟ ਪਹਿਲਾਂ ਹੈਗਾ 15 ਮਿੰਟ ਇਨ researching in the importance interview questions and specific to the posts and industry। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਤੁਸੀਂ ਆਪਣੀ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਹੀ ਉਹਦੀ ਸਪੈਸੀਫਿਕੇਸ਼ਨ ਸਾਰੀ ਇੰਡਸਟਰੀਜ਼ ਦੇ ਬਾਰੇ ਐਨਾਲਾਈਜ਼ ਕਰ ਲੈਣਾ ਚਾਹੀਦਾ ਹੈ। We 20 minutes the purchasing answer to be the question to read questions and the recalling the specification example from your